ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1382 ਤੇ 91 ਨੰਬਰ ਤੋਂ ਬਾਅਦ ਹੈ। ਹੇਠੋਂ 6ਵੀਂ ਪੰਕਤੀ 5ਵੀਂ ਪੰਕਤੀ 91 ਨੰਬਰ ਤੋਂ ਬਾਅਦ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉਡਰ ਜਾਹੇ, ਜਿਤ ਪਿੰਜਰੈ ਮੇਰਾ ਸ਼ਹਿ ਵਸੈ ਮਾਸ ਨ ਤਿਦੂ ਖਾਹੇ। ਕਾਗਾ ਕਾਂ ਨੂੰ ਕਹਿੰਦੇ, ਆਪਾਂ ਕਾਂ ਕਹਿੰਦੇ, ਹਿੰਦੀ 'ਚ ਕਾਗ ਜਾਂ ਕਊਆ ਕਹਿੰਦੇ ਨੇ। ਕਾਗਾ ਚੂੰਡ ਨਾ ਪਿੰਜਰਾ, ਪਿੰਜਰਾ ਇੱਕ ਤੋਤੇ ਬੰਦ ਕਰਨ ਵਾਲਾ ਨਹੀਂ, ਭਾਵ ਸਰੀਰ ਦਾ ਪਿੰਜਰ। ਜਦੋਂ ਉੱਤੇ ਮਾਸ ਨਾ ਰਹੇ ਜਾਂ ਬਹੁਤ ਘੱਟ ਮਾਸ ਹੋਵੇ ਤਾਂ ਕਹਿੰਦਾ ਇਹਦਾ ਸਰੀਰ ਦਾ ਪਿੰਜਰ ਹੈ। ਅਤੇ ਜੇ ਕੋਈ ਜੀਵ ਮਰ ਗਿਆ ਹੈ ਤਾਂ ਉਹਦਾ ਫਿਰ ਪਿੰਜਰ ਹੀ ਹੁੰਦਾ, ਮਾਸ ਤੇ ਸਾਰੇ ਜਾਨਵਰ ਖਾ ਜਾਂਦੇ ਨੇ ਉਹਦਾ। ਫਿਰ ਵੀ ਕਈ ਵਾਰੀ ਥੋੜ੍ਹਾ ਬਹੁਤਾ ਕਿਤੇ ਮਾਸ ਲੱਗਾ ਰਹਿ ਜਾਂਦਾ ਹੈ, ਉਹ ਕਾਂ ਉਹਨੂੰ ਚੂੰਡਦੇ ਨੇ, ਠੂੰਗਾ ਕੇ ਮਾਰਦੇ ਨੇ, ਖਾਂਦੇ ਨੇ ਉਹਨੂੰ। ਕਾਂ ਨੂੰ ਕਹਿ ਰਹੇ ਫਰੀਦ ਸਾਹਿਬ, ਕਾਗਾ ਚੂੰਡ ਨਾ ਪਿੰਜਰਾ, ਹੇ ਕਾਂ ਤੂੰ ਮੇਰੇ ਪਿੰਜਰ ਨੂੰ ਨਾ ਚੂੰਡ, ਨਾ ਠੂੰਗਾ ਮਾਰ, ਨਾ ਇਸ ਨੂੰ ਖਾ। ਬਸ ਐਂ ਤਾਂ ਉਡਰ ਜਾਏ, ਜੇ ਤੂੰ ਇਹਦੇ ਉੱਤੇ ਬੈਠਾ ਨਾ ਤਾਂ ਉੱਡ ਜਾ। ਜੇ ਤੂੰ ਮੇਰੇ ਪਿੰਜਰ 'ਤੇ ਬੈਠਾ ਤਾਂ ਤੂੰ ਉੱਡ ਜਾ, ਮੇਰੇ ਪਿੰਜਰ ਨੂੰ ਨਾ ਚੂੰਡ। ਕਿਉਂ? ਜਿਤ ਪਿੰਜਰਾ ਮੇਰਾ ਸ਼ਹਿ ਵਸੈ। ਕਈ ਇਸ ਨੂੰ ਸ਼ਾਹ ਪੜ੍ਹਦੇ ਹਾਂ। ਇਹ ਯਾਦ ਰੱਖਣਾ ਹੈ ਕਿ ਗੁਰਬਾਣੀ ਜਿਹੜਾ ਨਾਮ ਹੁੰਦਾ ਹੈ, ਪੜਨਾਮ ਹੁੰਦਾ ਹੈ, ਵਿਸ਼ੇਸ਼ਣ ਹੁੰਦਾ ਹੈ, ਉਹਦੇ ਹੇਠਾਂ ਲੱਗਿਆ ਹੋਇਆ ਔਂਕੜ ਨਹੀਂ ਬੋਲਦਾ। ਨਾਮ ਦੇ ਹੇਠਾਂ ਸ਼ੈ ਹੁੰਦਾ ਪ੍ਰਭੂ ਪਤੀ, ਨਾਮ ਹੈ। ਨਾਮ ਦੇ ਹੇਠਾਂ ਲੱਗਿਆ ਹੋਇਆ ਔਂਕੜ ਜਾਂ ਹਾਹਨ ਲੱਗੇ ਸਿਹਾਰੀ ਨਹੀਂ ਬੋਲਦੇ, ਬਾਕੀ ਰਹਿ ਗਿਆ ਸੱਸਾ ਹਾਹਾ। ਇਹ ਹੁਣ ਹਿੰਦੀ ਦਾ ਸ਼ਬਦ, ਕਿਉਂਕਿ ਜੇ ਤਾਂ ਫਾਰਸੀ ਦਾ ਚੱਲ ਰਿਹਾ ਹੁੰਦਾ, ਮੰਨ ਲਓ ਫਾਰਸੀ ਦੀ ਲਾਈਨ ਹੁੰਦੀ, ਫਿਰ ਆਪਾਂ ਇਸ ਨੂੰ ਪੜ੍ਹਦੇ ਸ਼ਾਹ। ਸ਼ਾਹ ਮਨੇ ਸ਼ਾਹੂਕਾਰ ਜਾਂ ਪ੍ਰਭੂ ਪਤੀ। ਇਹ ਫਾਰਸੀ ਨਹੀਂ ਚੱਲ ਰਹੀ, ਇਹ ਹਿੰਦੀ ਹੈ, ਇਸ ਲਈ ਇਸ ਨੂੰ ਪੜ੍ਹਨਾ ਸ਼ੈ। ਸੱਸੇ ਦੇ ਪੈਰ 'ਚ ਬਿੰਦੀ, ਉੱਪਰ ਦਲਾਵਾਂ, ਹਾਹਾ। ਸ਼ੈ ਹੁੰਦਾ ਪ੍ਰਭੂ ਪਤੀ। ਜਿਤ ਪਿੰਜਰੈ ਮੇਰਾ ਸ਼ਹਿ ਵਸੈ ਮਾਸ ਨ ਤਿੱਦੂ ਖਾਏ। ਤਿੱਦੂ ਬਣੇ ਉਸ ਦਾ। ਜਿਸ ਪਿੰਜਰ ਦੇ ਵਿੱਚ ਮੇਰਾ ਪਰਮਾਤਮਾ ਵਸਦਾ ਹੈ, ਹੇ ਕਾਂ ਉਸ ਦਾ ਤੂੰ ਮਾਸ ਨਾ ਖਾ। ਵੀ ਕਿਉਂਕਿ ਅਜੇ ਮੈਂ ਪਰਮਾਤਮਾ ਨੂੰ ਮਿਲਣਾ ਹੈ। ਜੋ ਤੂੰ ਮਾਸ ਹੀ ਖਾ ਗਿਆ ਫਿਰ ਤਾਂ ਮੈਂ ਮਰ ਜਾਵਾਂਗਾ, ਫਿਰ ਪਰਮਾਤਮਾ ਨੂੰ ਕਿਵੇਂ ਮਿਲਾਂਗਾ? ਅਜੇ ਮੈਂ ਪਰਮਾਤਮਾ ਨੂੰ ਮਿਲਣਾ ਹੈ। ਮੇਰੇ ਪਿੰਜਰ 'ਚ ਪਰਮਾਤਮਾ ਵਸਦਾ ਹੈ, ਇਸ ਲਈ ਕਿਰਪਾ ਕਰ ਮੇਰੇ ਪਿੰਜਰ ਨੂੰ ਅਤੇ ਮਾਸ ਨੂੰ ਨਾ ਖਾ। ਕਿਉਂਕਿ ਅਜੇ ਇੱਛਾ ਹੈ ਪਰ ਪਰਮਾਤਮਾ ਨੂੰ ਮਿਲਣ ਦੀ। ਅਤੇ ਨਾਲੇ ਫਿਰ ਜਿਸ ਸਰੀਰ 'ਚ ਪਰਮਾਤਮਾ ਵਸਦਾ ਹੈ, ਉਸ ਸਰੀਰ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਤਾਕਤ, ਸਤਿਕਾਰਯੋਗ ਤਾਕਤ ਵਸਦੀ ਹੈ। ਜਿਵੇਂ ਘਰ ਦੇ ਵਿੱਚ ਕੋਈ ਸਤਿਕਾਰਯੋਗ ਜੀਵ ਵਸਦਾ ਹੋਵੇ, ਆਪਾਂ ਘਰ ਦਾ ਖਿਆਲ ਰੱਖਦੇ ਹਾਂ, ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਵਸਦਾ ਹੈ। ਇਸ ਲਈ ਆਪਣੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ। ਇਹ ਸਰੀਰ ਨੂੰ ਅੰਦਰੋਂ ਬਾਹਰੋਂ ਸਾਫ ਸੁਥਰਾ ਰੱਖਣਾ ਹੈ। ਬਾਹਰੋਂ ਸਾਫ ਸੁਥਰਾ ਰੱਖਣਾ ਤਾਂ ਲੋਕਾਂ ਨੂੰ ਪਤਾ ਵੀ ਕਿਵੇਂ ਰੱਖਿਆ ਜਾਂਦਾ, ਉਂਝ ਰੱਖਦੇ ਕੋਈ ਨਹੀਂ। ਮੈਂ ਦੇਖਿਆ ਕੋਈ ਵਿਰਲਾ ਟਾਵਾਂ ਬੰਦਾ ਜਿਹੜਾ ਨਹਾਉਣ ਵੇਲੇ ਪੈਰਾਂ ਨੂੰ ਸਾਬਣ ਲਾਉਂਦਾ ਹੋਵੇਗਾ, ਔਰ ਸਰਦੀਆਂ 'ਤੇ ਖਾਸ ਕਰਕੇ 2-4 ਗੜਵੀਆਂ ਪਾਣੀ ਦੀ ਪਾਈਆਂ, ਫਟਾਫਟ ਨਿਬੇੜਿਆ। ਉਹ ਕੀ ਹੁੰਦਾ, ਹੌਲੀ ਹੌਲੀ ਪੈਰਾਂ 'ਤੇ ਮੈਲ ਜੰਮਦੀ ਹੋਈ ਅੱਡੀਆਂ ਦੀ ਬਿਆਈਆਂ ਫੜ ਜਾਂਦੀਆਂ ਨੇ, ਅੱਡੀਆਂ 'ਚ ਮੈਲ ਫਸ ਜਾਂਦੀ ਹੈ, ਚੱਲਦਿਆਂ ਕਿੰਨਾ ਭੈੜਾ ਲੱਗਦਾ ਬੰਦਾ ਹੈ। ਇਸ ਲਈ ਅੱਜ ਕੱਲ੍ਹ ਉਹ ਝਾਵੇਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ, ਤਾਂ ਮੈਨੂੰ ਨਹੀਂ ਪਤਾ ਕਿ ਅੱਜ ਕੱਲ੍ਹ ਕੀ ਕਹਿੰਦੇ ਨੇ, ਹੁੰਦਾ ਅੱਡੀਆਂ ਰਗੜਨ ਲਈ। ਹਾਂ,
ਉੱਥੇ ਖੁਰਦਰਾ ਜਿਹਾ ਹੁੰਦਾ, ਸਾਬਣ ਲਾਓ, ਫਿਰ ਆਪਣੀ ਅੱਡੀਆਂ ਨੂੰ ਉਹਦੇ ਨਾਲ ਰਗੜੋ ਤਾਂ ਜੋ ਰੋਜ਼ ਦੀ ਰੋਜ਼ ਉਸ 'ਚ ਮੈਲ ਨਿਕਲ ਜਾਏ, ਉਹ ਸਾਫ ਸੁਥਰੀਆਂ ਰਹਿਣ। ਉਸ ਤੋਂ ਬਾਅਦ ਜਿਹੜਾ ਹੈ ਉਸ ਨੂੰ ਕੋਈ ਥਿੰਦੀ ਚੀਜ਼ ਲਾਓ ਤਾਂ ਜੋ ਅੱਡੀਆਂ ਨਰਮ ਰਹਿਣ। ਸਾਰੇ ਸਰੀਰ ਦਾ ਬਾਹਰੋਂ ਵੀ ਸਾਫ਼ ਰੱਖਣਾ ਅਤੇ ਅੰਦਰੋਂ ਵੀ ਸਾਫ਼ ਰੱਖਣਾ। ਹੁਣ ਬਾਹਰੋਂ ਤਾਂ ਠੀਕ ਆ, ਆਪਾਂ ਪਾਣੀ ਨਾਲ ਸਾਬਣ ਨਾਲ ਬਾਹਰੋਂ ਤਾਂ ਸਾਫ਼ ਰੱਖ ਲਿਆ, ਅੰਦਰੋਂ ਸਾਫ਼ ਰੱਖਣਾ ਸ਼ੁਭ ਕਰਮ ਕਰਕੇ, ਨਾਮ ਜਪ ਕੇ। ਜੇ ਆਪਾਂ ਸ਼ੁਭ ਕਰਮ ਕਰਾਂਗੇ, ਨਾਮ ਜਪਾਂਗੇ, ਸਾਡਾ ਸਰੀਰ ਅੰਦਰੋਂ ਸਾਫ਼ ਰਹੇਗਾ, ਬਾਹਰੋਂ ਨਹਾ ਧੋ ਕੇ ਸਾਫ਼ ਰਹੇਗਾ। ਤਾਂ ਹੀ ਪੂਰੀ ਇਹ ਨਾ ਹੋਵੇ ਵੀ ਘਰ ਬਾਹਰੋਂ ਤਾਂ ਅਸੀਂ ਸਾਫ਼ ਕਰ ਲਈਏ ਅਤੇ ਅੰਦਰ ਗੰਦਮੰਦ ਪਿਆ ਹੋਵੇ, ਜਾਂ ਅੰਦਰੋਂ ਘਰ ਸਾਫ਼ ਕਰ ਰਹੀਏ ਅਤੇ ਬਾਹਰ ਗੰਦਮੰਦ ਪਿਆ ਹੋਵੇ, ਉਹ ਨਹੀਂ ਜਚੇਗਾ। ਘਰ ਉਹੀ ਸੋਹਣਾ ਹੁੰਦਾ ਜਿਹੜਾ ਅੰਦਰੋਂ ਅਤੇ ਬਾਹਰੋਂ ਸਾਫ਼ ਹੋਵੇ। ਇਸ ਲਈ ਸਰੀਰ ਵੀ ਉਹੀ ਸੋਹਣਾ ਹੈ ਜਿਹੜਾ ਅੰਦਰੋਂ ਅਤੇ ਬਾਹਰੋਂ ਸਾਫ਼ ਹੋਵੇ, ਕਿਉਂਕਿ ਇਸ ਦੇ ਵਿੱਚ ਪਰਮਾਤਮਾ ਵਸਦਾ ਹੈ। ਤਾਂ ਜਿਸ ਦੇ ਵਿੱਚ ਪਰਮਾਤਮਾ ਵਸਦਾ ਹੈ ਉਹਦੀ ਸਾਂਭ ਸੰਭਾਲ ਕਰਨਾ ਜ਼ਰੂਰੀ ਹੈ। ਤਾਂ ਉਹ ਕਾਂ ਨੂੰ ਕਹਿ ਰਹੇ ਨੇ, ਹੇ ਕਾਂ, ਜਿਹੜੇ ਪਿੰਜਰੇ ਨੂੰ ਤੂੰ ਚੂੰਡ ਰਿਹਾ ਨਾ, ਜੋ ਸਰੀਰ ਨੂੰ ਤੂੰ ਚੂੰਡ ਰਿਹਾ ਹੈ, ਇਹ ਮੇਰੇ ਸਰੀਰ 'ਚ ਮੇਰਾ ਪ੍ਰਭੂ ਪਤੀ ਵਸਦਾ ਹੈ, ਇਸ ਲਈ ਇਹਦਾ ਮਾਸ ਨਾ ਖਾ। ਫਰੀਦਾ ਗੋਰ ਨਿਮਾਣੀ ਛੱਡ ਕਰੇ, ਨੇ ਘਰਿਆ ਕਰ ਆਓ, ਸਰ ਪਰ ਮੈਥੈ ਆਵਨਾ, ਮਰਨੋਂ ਨਾ ਡਰਿਆਓ। ਜਦੋਂ ਤੂੰ ਲੱਗੇ ਕਿਸੇ ਸ਼ਬਦ ਦੇ ਨਾਲ, ਮਰਨ ਤੋਂ, ਜੋ ਤੂੰ ਲੱਗੇ ਨਾ, ਫਿਰ ਹਾਹੇ 'ਤੇ ਟਿੱਪੀ ਲਾ ਕੇ ਪੜ੍ਹਨਾ। ਜਿਵੇਂ ਘਰੋਂ, ਸਕੂਲੋਂ, ਦਫ਼ਤਰੋਂ, ਇਸ ਤਰ੍ਹਾਂ ਮਰਨੋਂ, ਮਰਨ ਤੋਂ ਨਾ ਡਰਿਆਓ। ਗੋਰ ਕਬਰ ਨੂੰ ਕਹਿੰਦੇ ਨੇ। ਆਮ ਸ਼ਬਦ ਲੋਕ ਕਬਰ ਜਾਣਦੇ ਨੇ, ਗੌਰ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਕਬਰ। ਉਂਝ ਤਾਂ ਕਬਰ ਵੀ ਫਾਰਸੀ ਦਾ ਹੀ ਸ਼ਬਦ ਹੈ। ਫਰੀਦਾ ਗੌਰ ਨਿਮਾਣੀ ਛੱਡ ਕਰੇ, ਛੱਡ ਦਾ ਆਵਾਜ਼ ਮਾਰਨਾ। ਨੇ ਘਰਿਆ ਘਰ ਆਓ, ਕਬਰ ਕਹਿੰਦੀ ਹੈ ਤੂੰ ਘਰ ਤੋਂ ਰਹਿਤ ਹੈ, ਤੂੰ ਬੇਘਰਾ ਹੈ। ਤੁਸੀਂ ਕਹੋਗੇ ਵੀ ਸਾਡਾ ਤਾਂ ਘਰ ਹੈ, ਅਤੇ ਕਬਰ ਕਹਿੰਦੀ ਤੂੰ ਬੇਘਰਾ ਹੈ। ਉਹ ਕਹਿੰਦੇ ਤੇਰਾ ਅਸਲੀ ਘਰ ਤਾਂ ਮੈਂ ਹਾਂ, ਤੂੰ ਇੱਥੇ ਹੀ ਹੋਣਾ ਮਰ ਕੇ ਮੇਰੇ ਕੋਲ, ਇਸ ਲਈ ਤੂੰ ਅਜੇ ਬੇਘਰਾ ਹੈ। ਬੇਘਰਿਆ ਹੈ ਨਿਘਰਿਆ। ਕਹਿੰਦੀ ਗੌਰ ਕਬਰ ਜਿਹੜੀ ਹੈ ਨਾ, ਇਹ ਆਵਾਜ਼ਾਂ ਮਾਰਦੀ ਹੈ, ਕਿੱਥੇ ਆਓ, ਘਰ ਆਓ। ਕਹਿੰਦੇ ਆਪਣੇ ਅਸਲੀ ਘਰ 'ਚ ਆ ਜਾ, ਭਾਵ ਮੇਰੇ ਕੋਲ ਆ ਜਾ, ਮੇਰੇ ਕੋਲ ਆਉਣਾ। ਕਹਿੰਦਾ ਤੂੰ ਸਰ ਪਰ ਮੈਥੈ ਆਵਨਾ, ਸਰ ਪਰ ਹੁੰਦਾ ਹਰ ਹਾਲਤ ਵਿੱਚ, ਹਰ ਹਾਲਤ ਵਿੱਚ ਤੂੰ ਮੇਰੇ ਕੋਲ ਆਉਣਾ। ਮਰਨੋਂ ਨਾ ਡਰਿਆ ਹੋ, ਇਸ ਲਈ ਮਰਨ ਤੋਂ ਨਾ ਡਰ, ਮਰਨ ਤੋਂ ਨਾ ਡਰ। ਤੂੰ ਸਰ ਪਰ ਇਹ ਕਬਰ ਦੇ ਵਿੱਚ ਹੀ ਦੱਬੇ ਜਾਣਾ, ਮੇਰੇ ਕੋਲ ਆਉਣਾ। ਇਸ ਲਈ ਹੇ ਬੇਘਰੇ, ਹੇ ਨਿਘਰੇ, ਤੂੰ ਆਪਣੇ ਘਰ ਆ ਜਾ, ਪਾ ਮੇਰੇ ਕੋਲ ਆ ਜਾ, ਇੱਥੇ ਮੇਰੇ ਕੋਲ ਅਖੀਰ ਨੂੰ ਤਾਂ ਹੋਣਾ। ਸੋ ਕਬਰ ਯਾਦ ਕਰਾ ਰਹੀ ਹੈ ਮਨੁੱਖ ਨੂੰ ਕਿ ਇੱਕ ਦਿਨ ਤੂੰ ਮਰਨਾ ਹੀ ਮਰਨਾ ਹੈ। ਯਾਦ ਕਰਾ ਰਹੀ। ਆਪਾਂ ਮੜੀਆਂ ਕੋਲੋਂ ਲੰਘੀਏ ਅਤੇ ਉਹਨੂੰ ਵੇਖ ਫਿਰ ਆਉਂਦਾ ਨਾ ਵੀ ਇੱਥੇ ਹੀ ਸਾਨੂੰ ਲਿਆਉਣਾ। ਜੇ ਮੇਰੇ ਭਾਈ ਸਾਹਿਬ ਨੂੰ ਇਹ ਤ੍ਰਿਪੜੀ ਦੀਆਂ ਮੜੀਆਂ ਬੜੀਆਂ ਪਸੰਦ ਆਈਆਂ, ਮੈਨੂੰ ਕਹਿੰਦੇ ਜਦੋਂ ਮੈਂ ਮਰਿਆ ਨਾ ਮੈਨੂੰ ਇਹਨਾਂ ਮੜੀਆਂ 'ਚ ਫੂਕਣਾ। ਮੈਂ ਆਪਾਂ ਨੂੰ ਮੜੀਆਂ ਇਹੀ ਲੱਗਦੀਆਂ ਨੇ, ਮੈਂ ਕਿਹਾ ਇੱਥੇ ਕਿ ਫੂਕਣ, ਕਹਿੰਦੇ ਬੜੀਆਂ ਵਧੀਆ ਨੇ, ਬੜੀਆਂ ਸੋਹਣੀ ਪਿੰਡਾਂ ਦੇ ਕਹਿ ਸੜੀਆਂ ਜੀ ਮੜੀਆਂ ਦੇ ਘਰ ਤੋਂ ਬੈਠੇ, ਸੋਹਣੀ ਮੜੀ ਤਾਂ ਹੈ ਨਾ, ਇੱਥੇ ਮੈਨੂੰ ਫੂਕ ਕੇ ਲਿਆ ਕੇ। ਹਾਂਜੀ, ਸੋ ਮੜੀਆਂ ਨੂੰ ਵੇਖ ਕੇ ਬੰਦੇ ਨੂੰ ਮੌਤ ਯਾਦ ਆਉਂਦੀ ਹੈ ਕਿ ਮੈਂ ਇੱਕ ਦਿਨ ਮਰ ਜਾਣਾ ਹੈ। ਅਤੇ ਜਦੋਂ ਮੌਤ ਯਾਦ ਆਉਂਦੀ ਹੈ ਇਹ ਬੰਦਾ ਫਿਰ ਠੀਕ ਰਹਿੰਦਾ ਹੈ। ਇਹ ਉਦੋਂ ਹੀ ਗੜਬੜ ਕਰਦਾ ਜਦੋਂ ਇਹਨੂੰ ਮੌਤ ਭੁੱਲ ਭੁਲਾ ਜਾਂਦੀ ਹੈ। ਜੇ ਇਹਨੂੰ ਮੌਤ ਯਾਦ ਰਹੇ ਫਿਰ ਇਹ ਕੋਈ ਗੜਬੜ ਨਹੀਂ ਕਰ ਸਕਦਾ। ਇਹਨੂੰ ਪਤਾ ਮੈਂ ਮਰਨਾ ਹੀ ਮਰਨਾ, ਅਤੇ ਕਾਹਨੂੰ ਐਵੇਂ ਇਹ ਪੁੱਠੇ ਜਿਹੇ ਕੰਮ ਕਰਦਾ ਫਿਰਦਾ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ
ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਲੋਇਣ ਅੱਖਾਂ ਨੂੰ ਕਹਿੰਦੇ ਨੇ। ਇੰਨੀ ਲੋਇਣੀ ਦੇਖਦਿਆਂ, ਇਹਨਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਕਿਤੀ ਚੱਲ ਗਈ। ਕਿੰਨੀ ਦੁਨੀਆ ਇੱਥੋਂ ਚਲੀ ਗਈ ਹੈ। ਕਦੇ ਕੋਈ ਮਰ ਗਿਆ, ਕਦੇ ਕੋਈ ਮਰ ਗਿਆ, ਪਰ ਰੋਜ਼ ਹੀ ਵੇਖਦੇ ਰਹਿੰਦੇ। ਕਹਿੰਦੇ ਇਹਨਾਂ ਅੱਖਾਂ ਦੇ ਨਾਲ ਦੇਖਦੇ ਦੇਖਦੇ ਕਿੰਨੀ ਦੁਨੀਆ ਚਲੀ ਗਈ ਹੈ। ਫਰੀਦਾ ਲੋਕਾਂ ਆਪੋ ਆਪਣੀ, ਲੋਕਾਂ ਨੂੰ ਤਾਂ ਆਪੋ ਆਪਣੀ ਪਈ ਹੈ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਪ੍ਰਾਪਰਟੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਮੈਂ ਆਹ ਕਰ ਜਾ, ਮੈਂ ਉਹ ਕਰ ਜਾ। ਉਹਨਾਂ ਦਾ ਆਪਣਾ ਆਪਣਾ ਫਿਕਰ ਹਰ ਇੱਕ ਨੂੰ। ਮੈਂ ਆਪਣੀ ਪਈ, ਮੈਨੂੰ ਆਪਣਾ ਫਿਕਰ ਹੈ ਕਿ ਅਜੇ ਤੱਕ ਪਰਮਾਤਮਾ ਨਹੀਂ ਮਿਲਿਆ ਹੈ। ਮੈਂ ਪਰਮਾਤਮਾ ਨੂੰ ਮਿਲਣਾ ਹੈ ਅਤੇ ਮੇਰੇ ਸਾਹਮਣੇ ਕਿੰਨੀ ਦੁਨੀਆ ਜਾ ਰਹੀ। ਕਹਿੰਦੇ ਮੈਨੂੰ ਤਾਂ ਆਪਣੀ ਚਿੰਤਾ ਲੱਗੀ ਹੋਈ ਹੈ ਕਿ ਪਤਾ ਨਹੀਂ ਕਦੋਂ ਪਰਮਾਤਮਾ ਮਿਲੇਗਾ। ਅਜਿਹਾ ਨਾ ਹੋਵੇ ਕਿ ਪਰਮਾਤਮਾ ਨੂੰ ਮਿਲਣ ਤੋਂ ਪਹਿਲੇ ਮੇਰੀ ਜਾਨ ਨਿਕਲ ਜਾਏ। ਲੋਕਾਂ ਦੀ ਸੋਚ ਹੋਰ ਹੁੰਦੀ ਹੈ, ਭਗਤ ਦੀ ਸੋਚ ਹੋਰ ਹੁੰਦੀ ਹੈ। ਤਾਂ ਕਹਿੰਦੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਅਤੇ ਸੰਸਾਰੀਆਂ ਦੀਆਂ ਆਦਤਾਂ ਆਪਸ ਨਹੀਂ ਮਿਲਦੀਆਂ। ਉਹਨਾਂ ਦੀ ਸੋਚ ਹੋਰ ਹੈ, ਉਹਨਾਂ ਦੀ ਸੋਚ ਹੋਰ ਹੈ। ਭਗਤ ਹਮੇਸ਼ਾ ਮੌਤ ਨੂੰ ਯਾਦ ਰੱਖਦੇ ਨੇ। ਉਹਨਾਂ ਨੂੰ ਹਮੇਸ਼ਾ ਇਹ ਫਿਕਰ ਰਹਿੰਦਾ ਕਿ ਮੈਨੂੰ ਪਰਮਾਤਮਾ ਕਦੋਂ ਮਿਲੇਗਾ, ਮੈਨੂੰ ਇਸੇ ਜੀਵਨ ਦੇ ਵਿੱਚ ਹੀ ਪਰਮਾਤਮਾ ਮਿਲ ਜਾਏ, ਮੈਨੂੰ ਮਰਨ ਤੋਂ ਪਹਿਲਾਂ ਪਰਮਾਤਮਾ ਮਿਲ ਜਾਏ। ਉਹਦੀ ਤਾਂ ਇਹ ਇੱਛਾ ਹੁੰਦੀ ਹੈ। ਸੰਸਾਰ ਦੀ ਆਪਣੇ ਪਰਿਵਾਰ ਪ੍ਰਤੀ ਇੱਛਾ ਹੁੰਦੀ ਹੈ, ਮੇਰਾ ਪਰਿਵਾਰ ਹੋਵੇ, ਉਹ ਜਾਇਦਾਦ ਹੋਵੇ, ਹੋਰ ਪਤਾ ਨਹੀਂ ਕੀ ਕੁਛ ਮੰਗਦਾ, ਉਹਦੀ ਚਿੰਤਾ ਕਰਦਾ ਰਹਿੰਦਾ। ਸੋ ਲੋਕਾਂ ਨੂੰ ਕਹਿੰਦਾ ਆਪਣੀ ਪਈ ਹੈ, ਮੈਨੂੰ ਆਪਣੀ ਪਈ ਹੈ। ਲੋਕਾਂ ਨੂੰ ਤਾਂ ਸੰਸਾਰਕ ਚਿੰਤਾਵਾਂ ਨੇ, ਪਰਿਵਾਰਕ ਚਿੰਤਾਵਾਂ ਨੇ, ਅਤੇ ਮੈਨੂੰ ਕਹਿੰਦੇ ਚਿੰਤਾ ਹੈ ਰੱਬ ਨੂੰ ਮਿਲਣ ਦੀ। ਕਿਉਂਕਿ ਦੇਖ ਰਹੇ ਨੇ ਫਰੀਦ ਸਾਹਿਬ ਵੀ ਕਿੰਨੀ ਦੁਨੀਆ ਆਈ ਗਈ, ਆਈ ਗਈ, ਆ ਰਿਹਾ ਜਾ ਰਿਹਾ। ਅੱਗੇ ਫਰੀਦ ਸਾਹਿਬ ਕਹਿੰਦੇ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇਂ, ਸਭ ਜਗ ਤੇਰਾ ਹੋਏ। ਪਰਮਾਤਮਾ ਫਰੀਦ ਸਾਹਿਬ ਨੂੰ ਕਹਿ ਰਹੇ ਨੇ ਆਪ ਸਵਾਰੈ ਮੈਂ ਮਿਲੈ। ਮੈਨੇ ਮੈਨੂੰ। ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਏਗਾ ਫਿਰ ਤੂੰ ਮੈਨੂੰ ਮਿਲ ਪਏਗਾ। ਕਿਉਂਕਿ ਜਿਹਦਾ ਜੀਵਨ ਸਹੀ ਨਹੀਂ ਹੈ ਉਹਨੂੰ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਕਹਿੰਦਾ ਪਹਿਲਾਂ ਆਪਣੇ ਜੀਵਨ ਨੂੰ ਸਵਾਰੋ, ਪਹਿਲਾਂ ਆਪਣੇ ਜੀਵਨ ਨੂੰ ਸਹੀ ਕਰੋ, ਫਿਰ ਤੁਹਾਡਾ ਮੇਰਾ ਮੇਲ ਹੋ ਸਕਦਾ ਹੈ। ਚੋਰ ਨੇ, ਡਾਕੂ ਨੇ, ਲੁਟੇਰੇ ਨੇ, ਠੱਗ ਨੇ, ਬਦਮਾਸ਼ ਨੇ, ਪੁੱਠੇ ਕੰਮ ਕਰਨ ਵਾਲੇ ਲੋਕ ਚਾਹੇ ਜਿੰਨਾ ਮਰਜ਼ੀ ਗੁਰਦੁਆਰੇ ਮੰਦਿਰਾਂ ਜਾਈ ਜਾਣ, ਇਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ। ਕਿਉਂਕਿ ਪਰਮਾਤਮਾ ਕਹਿੰਦਾ ਤੁਸੀਂ ਮੈਨੂੰ ਤਾਂ ਹੀ ਮਿਲ ਸਕਦੇ ਜੇ ਤੁਸੀਂ ਆਪਣੇ ਆਪ ਨੂੰ ਸਵਾਰ ਲਓਗੇ। ਆਪ ਸਵਾਰੈ ਮੈਂ ਮਿਲੈ। ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਏ ਤਾਂ ਤੂੰ ਮੈਨੂੰ ਮਿਲ ਪਏਗਾ। ਮੈਂ ਮਿਲਿਆ ਸੁਖ ਹੋਏ। ਜਦ ਤੂੰ ਮੈਨੂੰ ਮਿਲ ਪਏਗਾ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਕਿਉਂਕਿ ਸੁੱਖ ਤਾਂ ਕੁਝ ਸੁੱਖ ਤਾਂ ਹੁੰਦਾ ਪਰਮਾਤਮਾ ਦਾ ਨਾਮ ਜਪ ਕੇ ਮਿਲਦਾ। ਸੁੱਖ ਨਾਹੀਂ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਕਰਨ ਨਾਲ ਸੁੱਖ ਮਿਲਦਾ ਹੈ, ਪਰ ਉਹ ਸੁੱਖ ਸਦੀਵੀ ਨਹੀਂ ਹੁੰਦਾ। ਅਸਲੀ ਸੁੱਖ ਉਦੋਂ ਮਿਲਦਾ ਜੇ ਸਾਨੂੰ ਪਰਮਾਤਮਾ ਮਿਲ ਜਾਏ। ਜੋ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਏ ਫਿਰ ਸਾਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਲਈ ਕਹਿੰਦੇ ਮੈਂ ਮਿਲਿਆ ਸੁੱਖ ਹੋਏ। ਜਦ ਤੂੰ ਮੈਨੂੰ ਮਿਲ ਪਏਗਾ ਫਿਰ ਤੂੰ ਸਦਾ ਰਹਿਣ ਵਾਲਾ ਸੁੱਖ ਪ੍ਰਾਪਤ ਹੋ ਜਾਏਗਾ। ਪਰ ਤੂੰ ਮੈਨੂੰ ਮਿਲ ਕਦੋਂ ਸਕਦਾ ਜੇ ਤੂੰ ਆਪਣੇ ਆਪ ਨੂੰ ਸਵਾਰ ਲਏਗਾ। ਇਹ ਸ਼ਰਤ ਹੈ ਪਰਮਾਤਮਾ ਦੀ ਕਿ ਹੇ ਭਾਈ ਤੂੰ ਆਪਣੇ ਆਪ ਨੂੰ ਸਵਾਰ ਲੈ, ਫਿਰ ਤੂੰ ਮੈਨੂੰ ਮਿਲ ਪਏਗਾ। ਜੇ ਤੂੰ ਮੈਨੂੰ ਮਿਲ ਪਏਗਾ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਦੂਜੀ ਗੱਲ ਉਹ ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਹੇ ਫਰੀਦ, ਜੇ ਤੂੰ ਮੇਰਾ ਬਣ ਕੇ ਰਹੇਗਾ ਨਾ,
ਕਿਸੇ ਸਾਨੂੰ ਨਾ ਕਿਸੇ ਇੱਕ ਦਾ ਹੀ ਬਣਨਾ ਪੈਣਾ, ਦੋ ਦਾ ਬਣ ਕੇ ਕਦੇ ਗੱਲ ਨਹੀਂ ਬਣਿਆ ਕਰਦੇ। ਕਹਿੰਦੇ ਦੋ ਬੇੜੀਆਂ 'ਤੇ ਪੈਰ ਰੱਖ ਕੇ ਨਾ ਤੁਸੀਂ ਨਦੀ ਨਹੀਂ ਪਾਰ ਕਰ ਸਕਦੇ। ਇੰਗਲਿਸ਼ ਵਾਲੇ ਕਿ ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦ ਗਰਾਊਂਡ। ਜੇ ਤੁਸੀਂ ਦੋ ਬੇੜੀਆਂ 'ਤੇ ਪੈਰ ਰੱਖੋਗੇ ਤੁਸੀਂ ਧਰਤੀ 'ਤੇ ਡਿੱਗ ਪਓਗੇ, ਕਾਮਯਾਬ ਨਹੀਂ ਹੁੰਦੇ, ਪਰਲੇ ਬੰਨੇ ਨਹੀਂ ਲੱਗ ਸਕਦੇ। ਇੱਕੋ ਬੇੜੀ 'ਤੇ ਚੜ੍ਹਨਾ ਪਏਗਾ, ਇੱਕੋ ਦੇ ਲੜ ਲੱਗਣਾ ਪਏਗਾ, ਇੱਕੋ ਤੋਂ ਹੀ ਸਾਰੀ ਉਮੀਦ ਰੱਖਣੀ ਪਏਗੀ। ਇਸ ਲਈ ਕਹੇ ਜੇ ਤੂੰ ਮੇਰਾ ਹੋਏ ਰਹੇ, ਹੇ ਪ੍ਰੀ ਜੇ ਤੂੰ ਮੇਰਾ ਬਣ ਕੇ ਰਹੇਂਗਾ ਨਾ, ਸਭ ਜਗ ਤੇਰਾ ਹੋਏ, ਇਹ ਸਾਰਾ ਸੰਸਾਰ ਤੇਰਾ ਹੋ ਜਾਏਗਾ। ਅਸੀਂ ਪਰਮਾਤਮਾ ਦੇ ਬਣਨੇ, ਪਰਮਾਤਮਾ ਨੇ ਸਾਰਾ ਸੰਸਾਰ ਸਾਡਾ ਬਣਾ ਦੇਣਾ ਹੈ। ਜੇ ਤੁਸੀਂ ਸਾਰੇ ਗੁਰੂ ਗ੍ਰੰਥ ਨੂੰ ਧਿਆਨ ਨਾਲ ਪੜ੍ਹੋ, ਤੁਹਾਨੂੰ ਬੜੀ ਖੁਸ਼ੀ ਹੋਏਗੀ ਕਿ ਪਰਮਾਤਮਾ ਕਹਿੰਦੇ ਤੁਸੀਂ ਮੇਰਾ ਨਾਮ ਜਪੋ, ਤੁਹਾਨੂੰ ਮੈਂ ਆਹ ਵੀ ਦੇਵਾਂਗਾ, 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 ਇੰਨੀਆਂ ਚੀਜ਼ਾਂ ਤੁਹਾਨੂੰ ਦੇਵਾਂਗਾ ਕਿ ਤੁਸੀਂ ਹੱਕੇ ਬੱਕੇ ਰਹਿ ਜਾਓਗੇ। ਨਹੀਂ ਵਿਸ਼ਵਾਸ ਤਾਂ ਸੁਖਨੀ ਸਾਧੀ ਪਹਿਲੀ ਅਤੇ ਦੂਜੀ ਅਸ਼ਟਪਦੀ ਪੜ੍ਹ ਕੇ ਦੇਖ ਲਓ। ਉਸ ਲਿਖਿਆ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ। ਕਿੰਨਾ ਹੀ ਕੁਛ ਹੈ। ਸਿਮਰਨ ਕਰਨ ਨਾਲ ਇੰਨਾ ਕੁਛ ਮਿਲਦਾ ਬੰਦੇ ਨੂੰ ਕਿ ਬੰਦਾ ਅੰਦਾਜ਼ਾ ਹੀ ਨਹੀਂ ਲਾ ਸਕਦਾ ਵੀ ਹੈ ਆਹ ਵਾਹਿਗੁਰੂ, ਵਾਹਿਗੁਰੂ ਦੇ ਵਿੱਚ ਇੰਨਾ ਕੁਛ ਹੈ। ਬੰਦਾ ਵੈਸੇ ਹੀ ਭਟਕੀ ਜਾਂਦਾ ਜ਼ਿੰਦਗੀ ਦੇ ਵਿੱਚ। ਗੁਰੂ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਕਰ, ਬਸ ਬਾਕੀ ਸਭ ਕੁਛ ਆਪੇ ਠੀਕ ਹੋ ਜਾਏਗਾ। ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਕਰਨ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਣੀ। ਲੜਕੀ ਜਵਾਨ ਹੈ ਜੀ, ਉਹਦਾ ਵਿਆਹ ਨਹੀਂ ਹੋ ਰਿਹਾ, ਤੁਹਾਡੇ ਚਿੰਤਾ ਕਿਤੇ ਕਿ ਵਿਆਹ ਹੋ ਜਾਏਗਾ ਉਹਦਾ। ਫਿਰ ਮੇਰੇ ਕੋਲ ਆ ਜਾਂਦੇ ਨੇ, ਉਹ ਬਾਬਾ ਜੀ ਲੜਕੀ ਜਵਾਨ ਹੋ ਗਈ ਹੈ ਜੀ, ਉਹਦਾ ਵਿਆਹ ਨਹੀਂ ਹੋ ਰਿਹਾ। ਫਿਰ ਅਸੀਂ ਉਹਨੂੰ ਪਾੜ ਦਿੰਦੇ ਹਾਂ। ਫਿਰ ਪਾਠ ਕੀਤਾ। ਪਾਠ ਕਰਨ ਨਾਲ, ਸਿਮਰਨ ਕਰਨ ਵਾਲੀ ਗੱਲ ਬਣੀ ਨਾ, ਚਿੰਤਾ ਕਰਨ ਨਾਲ ਤਾਂ ਨਾ ਗੱਲ ਬਣੀ। ਉਹ ਮੇਰਾ ਲੜਕਾ ਮੇਰੇ ਆਖੇ ਨਹੀਂ ਲੱਗਦਾ ਜੀ, ਉਹ ਝਿੜਕਦੀ ਰਹਿੰਦੀ, ਮਾਂ ਦੁਖੀ ਹੋਈ ਜਾਂਦੀ ਹੈ। ਫਿਰ ਸਾਡੇ ਕੋਲ ਆ ਜਾਂਦੇ, ਬਾਬਾ ਜੀ ਮੇਰਾ ਮੁੰਡਾ ਮੇਰੇ ਆਖੇ ਲੱਗਦਾ, ਅਸੀਂ ਉਹਨੂੰ ਪਾੜ ਦੇ ਦਿੰਦੇ ਹਾਂ, ਲੈ ਪੜ੍ਹ ਕਰ। ਹਾਂ ਜੀ ਹੁਣ ਪਹਿਲਾਂ ਨਾਲ ਫਰਕ ਪੈ ਗਿਆ, ਮੈਂ ਇੱਕ ਜਿਲੇ ਹੋਰ ਕਰ ਲੈ। ਹਾਂ ਜੀ ਹੁਣ ਠੀਕ ਹੈ। ਅਸੀਂ ਕੋਈ ਝੁਰਲੂ ਨਹੀਂ ਫੇਰਨਾ ਹੁੰਦਾ, ਠੀਕ ਹੈ। ਕਿਤੇ ਕਹੋ ਬਾਬਾ ਜੀ ਕੋਈ ਝੁਰਲੂ ਫੇਰ ਦੇਣਗੇ, ਕੁਛ ਨਹੀਂ ਹੈ। ਭਜਨ ਬੰਦਗੀ ਨਾਲ ਹੀ ਤੁਹਾਡੇ ਕਾਰਜ ਰਾਸ ਹੋਣੇ, ਭਜਨ ਬੰਦਗੀ ਨਾਲ ਹੀ ਤੁਹਾਡੀਆਂ ਸਮੱਸਿਆਵਾਂ ਹੱਲ ਹੋਣੀਆਂ। ਸਿਰਫ ਇੰਨਾ ਹੈ ਕਿ ਦੇਖੋ ਕੈਮਿਸਟ ਦੀ ਦੁਕਾਨ 'ਤੇ ਨਾ ਸਾਰੀਆਂ ਦਵਾਈਆਂ ਹੀ ਲਾਭਦਾਇਕ ਹੁੰਦੀਆਂ। ਕੋਈ ਦਵਾਈ ਐਸੀ ਜਿਹੜੀ ਮਾੜੀ ਹੋਵੇ, ਆਪਾਂ ਜੇ ਆਪੇ ਹੀ ਚੱਕ ਕੇ ਖਾਣ ਲੱਗ ਜਾਈਏ ਫਿਰ ਨਹੀਂ ਗੱਲ ਬਣੇਗੀ। ਡਾਕਟਰ ਲਿਖ ਕੇ ਦਿੰਦਾ ਹੈ ਕਿ ਤੇਰੀ ਬਿਮਾਰੀ ਲਈ ਆਹ ਦਵਾਈ ਹੈ, ਤੂੰ ਆਹ ਗੋਲੀ ਖਾ। ਆਪਾਂ ਫਿਰ ਉਹ ਗੋਲੀ ਖਾਵਾਂਗੇ ਤਾਂ ਜਾ ਕੇ ਠੀਕ ਹੋਵਾਂਗੇ। ਹਾਲਾਂਕਿ ਦਵਾਈ ਤਾਂ ਸਾਰੀਆਂ ਲਾਭਦਾਇਕ ਨੇ, ਸਾਰੀ ਦੀ ਸਾਰੀ ਬਾਣੀ ਲਾਭਦਾਇਕ ਹੈ, ਪਰ ਅੱਡ ਅੱਡ ਸਮੱਸਿਆ ਨੂੰ ਦੂਰ ਕਰਨ ਲਈ ਅੱਡ ਅੱਡ ਬਾਣੀ ਹੁੰਦੀ ਹੈ। ਉਹ ਫਿਰ ਕਿਸੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੀ ਡਿਊਟੀ ਹੀ ਇਹੀ ਹੁੰਦੀ ਹੈ। ਉਹਨਾਂ ਨੇ ਬਾਣੀ ਰਾਹੀਂ ਹੀ ਸਮੱਸਿਆਵਾਂ ਹੱਲ ਕਰਨੀਆਂ ਹੁੰਦੀਆਂ ਹਨ। ਅਤੇ ਬਾਣੀ ਥਾਂ ਥਾਂ 'ਤੇ ਰਹਿੰਦੇ, ਤੁਸੀਂ ਪਰਮਾਤਮਾ ਦਾ ਨਾਮ ਜਪੋ, ਤੁਹਾਨੂੰ ਸਮਾਂ ਪਾ ਕੇ ਸਭ ਕੁਛ ਮਿਲ ਜਾਏਗਾ। ਸਮਾਂ ਲੱਗਦਾ ਹੁੰਦਾ ਹੈ। ਕਾਲੇ ਧਰਮ ਦੇ ਵਿੱਚ ਕਾਲੇ ਨਹੀਂ ਪੈ ਹੁੰਦਾ। ਕਾਲੀ ਅੱਗੇ ਵੈਸੇ ਹੀ ਟੋਏ ਹੁੰਦੇ ਨੇ। ਜ਼ਿੰਦਗੀ ਕਾਹਲ ਨਹੀਂ ਕਰੀਦੀ ਹੁੰਦੀ, ਧੀਰਜ ਰੱਖਣਾ। ਜਿਵੇਂ ਗੁਰੂ ਨੇ ਲਿਖਿਆ ਨਾ, ਰੁੱਖਾਂ ਦੀ ਜੀਰਾਂਦ ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਦੀ ਜੀਰਾਂਦ। ਜੀਰਾਂਦ ਹੁੰਦਾ ਸਹਿਣ ਸ਼ਕਤੀ। ਜਿਵੇਂ ਦਰਖਤ ਦੇ ਵਿੱਚ ਸਹਿਣ ਸ਼ਕਤੀ ਹੁੰਦੀ ਹੈ, ਮੀਂਹ ਆਓ, ਝੱਖੜ ਆਓ, ਗਰਮੀ ਪਾਓ, ਸਰਦੀ ਪਾਓ, ਉਹ ਆਪਣੇ ਅਡੋਲ ਖੜ੍ਹਾ। ਇਸ ਤਰ੍ਹਾਂ ਜਿਹੜਾ ਭਜਨ ਬੰਦਗੀ ਕਰਨ ਵਾਲਾ ਉਹਨੂੰ ਧੀਰਜ ਰੱਖਣਾ ਚਾਹੀਦਾ, ਇਹ ਕਾਲੇ ਨਹੀਂ ਪੈਣਾ ਚਾਹੀਦਾ। ਕੋਈ ਜਿਵੇਂ ਤੁਸੀਂ ਦਰਖਤ ਦੇਖੋ, ਕਈ ਦਰਖਤ ਨੇ ਜਿਹਨਾਂ 6 ਮਹੀਨਿਆਂ ਬਾਅਦ ਹੀ ਫਲ ਲੱਗਣਾ ਸ਼ੁਰੂ ਹੋ ਜਾਂਦਾ। ਕਈ ਦਰਖਤ ਨੇ 20-20 ਸਾਲਾਂ ਬਾਅਦ ਜਾ ਕੇ ਫਲ ਲੱਗਦਾ ਹੈ।
ਇਸ ਲਈ ਕਾਲੇ ਨਹੀਂ ਪੈਣਾ। ਸਾਡਾ ਕੰਮ ਹੈ ਲੱਗੇ ਰਹਿਣਾ, ਗੁਰੂ 'ਤੇ ਵਿਸ਼ਵਾਸ ਰੱਖਣਾ ਵੀ ਗੁਰੂ ਮਹਾਰਾਜ ਕੇ ਤੂੰ ਸਿਮਰਨ ਕਰ, ਤੂੰ ਪਾਠ ਕਰ, ਤੈਨੂੰ ਆ ਮਿਲੇਗਾ ਬਸ। ਜਦੋਂ ਵਿੱਚ ਲਿਖਿਆ ਬਾਣੀ 'ਚ, ਕੋਈ ਸ਼ੰਕਾ ਨਹੀਂ ਕਰਨਾ, ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਬਾਣੀ 'ਚ ਲਿਖਿਆ ਹੋਇਆ ਮਿਲੇਗਾ, ਬਸ ਮਿਲੇਗਾ। ਬਸ ਸਿਰਫ ਇੰਨੇ ਸਮੇਂ ਦੀ ਉਡੀਕ ਕਰਨੀ ਹੈ, ਸਮੇਂ ਦੀ ਉਡੀਕ ਕਰਨੀ ਹੈ। ਕਾਹਲੇ ਨਹੀਂ ਪੈਣਾ, ਲੱਗੇ ਰਹਿਣਾ। ਸਿਆਣੇ ਕਹਿੰਦੇ ਚਿੰਤਾ ਨਹੀਂ ਕਰੀਦੀ, ਚਿੰਤਨ ਕਰੀਦਾ। ਚਿੰਤਨ ਹੁੰਦਾ ਸਿਮਰਨ, ਸਿਮਰਨ ਕਰਦੇ ਰਹੋ, ਚਿੰਤਾ ਨਾ ਕਰੋ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਤਿਸ ਪਰਮਾਤਮਾ ਨੇ ਜਿਹਨੇ ਸਾਨੂੰ ਪੈਦਾ ਕੀਤਾ। ਸਾਡਾ ਕੰਮ ਹੈ ਸਿਰਫ ਉਹਦਾ ਸਿਮਰਨ ਕਰਦੇ ਰਹਿਣਾ। ਚਿੰਤਾ ਤਾਂ ਉਸ ਨੂੰ ਹੈ। ਜਿਵੇਂ ਤੁਹਾਡੇ ਬੱਚਿਆਂ ਦੀ ਚਿੰਤਾ ਤੁਹਾਨੂੰ ਹੈ ਨਾ, ਬੱਚੇ ਨੂੰ ਤਾਂ ਕੋਈ ਚਿੰਤਾ ਨਹੀਂ, ਤੁਹਾਨੂੰ ਚਿੰਤਾ ਹੈ। ਅਤੇ ਸਾਨੂੰ ਪਰਮਾਤਮਾ ਨੇ ਪੈਦਾ ਕੀਤਾ ਹੋਇਆ, ਸਾਡੀ ਚਿੰਤਾ ਪਰਮਾਤਮਾ ਨੂੰ ਹੈ। ਇਸ ਲਈ ਅਸੀਂ ਤਾਂ ਬਸ ਉਹਦਾ ਨਾਮ ਜਪੀ ਜਾਣਾ, ਉਹਦਾ ਨਾਮ ਜਪੀ ਜਾਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਪਣੇ ਆਪਣੇ ਧਰਮ ਅਨੁਸਾਰ ਉਹਦਾ ਨਾਮ ਜਪੀ ਜਾਓ। ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਏਗਾ। ਸਮਾਂ ਜ਼ਰੂਰ ਲੱਗਦਾ ਹੈ, ਇਸ ਲਈ ਕਾਹਲੇ ਨਹੀਂ ਪੈਣਾ। ਤਾਂ ਉਹਨਾਂ ਕਿਹਾ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਹੇ ਫਰੀਦ ਜੇ ਤੂੰ ਮੇਰਾ ਬਣ ਕੇ ਰਹੇਗਾ ਨਾ, ਸਿਰਫ ਅਤੇ ਸਿਰਫ ਮੇਰਾ ਹੀ ਰਹੇਗਾ, ਸਭ ਜਗ ਤੇਰਾ ਹੋਏ, ਤਾਂ ਮੈਂ ਸਾਰਾ ਸੰਸਾਰ ਤੇਰੇ ਅਧੀਨ ਕਰ ਦਾਂਗਾ। ਸਾਰਾ ਸੰਸਾਰ ਤੇਰਾ ਜਿਹੜਾ ਸਤਿਕਾਰ ਕਰੇਗਾ, ਤੂੰ ਮੇਰਾ ਬਣ ਜਾ ਬਸ। ਸੋ ਉਹਦਾ ਬਣਨ ਦਾ ਕੀ ਮਤਲਬ ਹੈ ਵੀ ਹੋਰ ਸਾਰੇ ਦੁਆਰੇ ਛੱਡ ਦੇਣੇ। ਸਗਲ ਦੁਆਰ ਕੋ ਛੱਡ ਕੇ ਗਹਵ ਤੁਹਾਰੋ ਦੁਆਰ, ਆਉਂਦਾ ਕਿ ਨਹੀਂ। ਮੈਂ ਸਾਰੇ ਦੁਆਰੇ ਛੱਡਦੇ ਨੇ, ਸਿਰਫ ਤੇਰਾ ਜਿਹੜਾ ਦੁਆਰ ਹੈ ਉਹ ਫੜ ਲਿਆ ਮੈਂ, ਉੱਥੇ ਬਹਿ ਗਿਆ। ਹੁਣ ਫਿਰ ਕਿ ਬਾਹੇਂ ਕਹੇ ਕਿ ਲਾ ਜਸ ਗੋਬਿੰਦ ਦਾਸ ਦੁਆਰ, ਮੇਰੀ ਬਾਂਹ ਫੜ, ਮੈਂ ਤੇਰਾ ਦਾਸ ਆ, ਹੁਣ ਮੇਰੀ ਬਾਂਹ ਫੜ ਲੈ ਬਸ। ਉਹਦਾ ਬਣ ਕੇ ਰਹਿਣਾ, ਪਰਮਾਤਮਾ ਦਾ ਬਣ ਕੇ ਰਹੋ, ਉਸੇ 'ਤੇ ਉਮੀਦ ਰੱਖੋ, ਉਹ ਆਪੇ ਢੋ ਢਕਾਏਗਾ। ਦੇਖੋ ਪਰਮਾਤਮਾ ਨੇ ਸਿੱਧਾ ਕੁਛ ਨਹੀਂ ਸੁੱਟਣਾ, ਇਹ ਖਿਆਲ ਰੱਖਣਾ। ਉਹਨੇ ਉੱਤੋਂ ਕੁਛ ਨਹੀਂ ਸੁੱਟਣਾ, ਉਹਨੇ ਤੇ ਢੋ ਢਕਾਣਾ, ਜਿਹਨੂੰ ਕਹਿੰਦੇ ਸਬੱਬ ਬਣਾਉਣਾ। ਉਹ ਕਾਰਨ ਕਰਨ ਹੈ, ਸਬੱਬ ਬਣਾਉਣ ਵਾਲਾ ਉਹ ਹੈ। ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਤੁਸੀਂ ਪਾਠ ਕਰੀ ਜਾ ਰਹੇ ਹੋ, ਕਰੀ ਜਾਓ, ਉਹ ਆਪੇ ਸਬੱਬ ਬਣਾਏਗਾ, ਉਹ ਆਪੇ ਸਬੱਬ ਬਣਾਏਗਾ। ਸੋ ਇਸ ਲਈ ਸਾਡਾ ਕੰਮ ਹੈ ਭਜਨ ਬੰਦਗੀ ਕਰੀ ਜਾਣਾ, ਬਾਕੀ ਆਪੇ ਉਹ ਕਿਰਪਾ ਕਰ ਦੇਗਾ। ਉਸ 'ਤੇ ਛੱਡ ਦਿਓ, ਫਿਰ ਉਹ ਜੋ ਕਰੇਗਾ ਉਹ ਸਾਡੇ ਲਈ ਲਾਭਦਾਇਕ ਹੋਏਗਾ। ਅਸੀਂ ਜੋ ਆਪਣੇ ਲਈ ਕਰਾਂਗੇ ਹੋ ਸਕਦਾ ਉਹ ਲਾਭਦਾਇਕ ਨਾ ਹੋਵੇ। ਤੁਹਾਡੇ ਪੁੱਤਰ ਹੋਏ, ਤੁਸੀਂ ਬੜੇ ਢੋਲ ਢਮੱਕੇ ਵਜਾਏ, ਸ਼ਰਾਬਾਂ ਪੀਤੀਆਂ ਪਿਲਾਈਆਂ, ਉਹ ਵੱਡਾ ਹੋ ਕੇ ਹੁਣ ਅੱਗੇ ਬੋਲਦਾ ਹੈ, ਅਬਾ ਤਬਾ ਬੋਲਦਾ ਹੈ, ਕੰਮ ਕੋਈ ਨਹੀਂ ਕਰਦਾ ਹੈ, ਅੱਖੇ ਨਹੀਂ ਲੱਗਦਾ ਹੈ। ਫਿਰ ਮੈਂ ਵੇ ਮਰ ਜਾਣਿਆ, ਇਹਦੇ ਨਾਲ ਤੂੰ ਨਾ ਹੁੰਦਾ। ਹੁਣ ਦੁਖੀ ਹੋ ਗਈ ਨਾ ਉਸ ਤੋਂ। ਜੇ ਉਹ ਸ਼ੁਰੂ ਤੋਂ ਹੀ ਤੁਸੀਂ ਆਪਣੇ ਮਨ 'ਚ ਰੱਖੋ ਵੀ ਇਹ ਮੇਰਾ ਪੁੱਤਰ ਨਹੀਂ, ਇਹ ਤਾਂ ਪਰਮਾਤਮਾ ਦਾ ਹੈ, ਇਹ ਪਰਮਾਤਮਾ ਦਾ ਪੁੱਤਰ ਹੈ, ਮੈਨੂੰ ਤਾਂ ਸਿਰਫ ਇਹ ਸਾਂਭਣ ਲਈ ਦਿੱਤਾ ਹੋਇਆ ਕਿ ਲੈ ਭਾਈ ਤੂੰ ਦੀ ਸਾਂਭ ਸੰਭਾਲ ਕਰ ਲੈ, ਰੋਟੀ ਪਾਣੀ ਦੇ, ਇਹਨੂੰ ਕੱਪੜੇ ਦੇ, ਪੜ੍ਹਾ ਪੜੂ ਦੇ, ਮੈਂ ਤਾਂ ਸਿਰਫ ਸਾਂਭ ਸੰਭਾਈ ਕਰਨੀ। ਇਹ ਤਾਂ ਉਹਦਾ। ਅਤੇ ਜਦੋਂ ਅਸੀਂ ਕਹਿੰਦੇ ਵੀ ਉਹਦਾ ਉਹ ਕੋਈ ਚੰਗਾ, ਫਿਰ ਮੈਂ ਆਪੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਾ, ਇਸਨੂੰ ਸਭ ਕੁਝ ਠੀਕ ਹੋ ਜਾਏਗਾ। ਕਾਹਲੇ ਨਹੀਂ ਪੈਣਾ, ਲੱਗੇ ਰਹਿਣਾ, ਭਜਨ ਬੰਦਗੀ ਕਰਦੇ ਰਹਿਣਾ ਬਸ। ਅਗਰ ਕੋਈ ਵੀ ਤੁਸੀਂ ਪਾਠ ਕਰੋ, ਜਲ ਰੱਖ ਲਓ ਕਿ ਬਾਟੀ ਕੌਲੀ 'ਚ, ਜਲ ਵੱਲ ਮੂੰਹ ਕਰਕੇ ਚਾਹੇ ਸਿਮਰਨ ਕਰੋ, ਚਾਹੇ ਪਾਠ ਕਰੋ, ਚਾਹੇ ਨਿਤਨੇਮ ਕਰੋ, ਫਿਰ ਉਹੀ ਜਲ ਕੋ ਬੇਨਤੀ ਕਰੋ ਗੁਰੂ ਨਾਨਕ ਦੇਵ ਨੂੰ, ਸੱਚੇ ਪਾਤਸ਼ਾਹ ਵੀ ਮੇਰਾ ਪਰਿਵਾਰ ਸੁਖੀ ਸ਼ਾਂਤੀ ਰਹੇ, ਆਪਸੀ ਪਿਆਰ ਹੋਵੇ, ਬੱਚੇ ਪੜ੍ਹਾਈ 'ਚ ਹੁਸ਼ਿਆਰ ਹੋਣ, ਆਗਿਆਕਾਰ ਹੋਣ। ਉਸੇ ਪਾਣੀ ਜੇ ਚਾਹ ਪੀਂਦੇ ਹੋ, ਚਾਹ ਬਣਾ ਕੇ ਸਾਰੇ ਪਰਿਵਾਰ ਨੂੰ ਪਿਲਾ ਦਿਓ। 2-3 ਮਹੀਨਿਆਂ 'ਚ ਤੁਹਾਨੂੰ ਆਪੇ ਫਰਕ ਵਿਖਾਈ ਦੇਣ ਲੱਗ ਪਏਗਾ। ਹਾਂ, ਆਪੇ ਠੀਕ ਹੋ ਜਾਏ ਸਭ ਕੁਛ। ਜਿਉਂ-ਜਿਉਂ ਇਹ ਬਾਣੀ ਜਾਏਗੀ ਨਾ, ਬਾਣੀ ਵਾਲਾ ਪਾਣੀ ਅੰਦਰ ਜਾਏਗਾ, ਇਹ ਸੁਭਾਅ ਬਦਲ ਦੇਗਾ।
ਹੁਣ ਦਸਮ ਪਾਤਸ਼ਾਹ ਨੇ ਜਦੋਂ ਤਿਆਰ ਕੀਤਾ ਸੀ ਅੰਮ੍ਰਿਤ, ਜੇ ਉਹ ਨਿਰਾ ਪਤਾਸੇ ਘੋਲੀ ਜਾਂਦੇ ਉਹ ਅੰਮ੍ਰਿਤ ਨਹੀਂ ਸੀ ਬਣਨਾ, ਉਹ ਸ਼ਰਬਤ ਬਣ ਜਾਣਾ ਸੀ। ਜੇ ਗੁਰੂ ਮਹਾਰਾਜ ਸਿਰ ਪਤਾਸੇ ਘੋਲੀ ਜਾਂਦੇ ਤਾਂ ਉਹ ਸ਼ਰਬਤ ਹੋਣਾ ਸੀ, ਅੰਮ੍ਰਿਤ ਨਹੀਂ ਸੀ ਹੋਣਾ। 5 ਬਾਣੀਆਂ ਨੇ ਉਸ ਨੂੰ ਅੰਮ੍ਰਿਤ ਬਣਾਇਆ, 5 ਅੰਮ੍ਰਿਤ ਬਣਾਇਆ। ਉਹ ਫਿਰ ਜਿਨ੍ਹਾਂ ਨੇ ਪੀਤਾ ਉਹੀ ਬਦਲ ਦੇਗਾ, ਉਹੀ ਬਦਲ ਦੇਗਾ, ਕਿਉਂਕਿ ਬਾਣੀ ਪਾਣੀ ਦੇ ਵਿੱਚ ਪ੍ਰਵੇਸ਼ ਕਰ ਗਈ। ਬਾਣੀ ਨੇ ਪਾਣੀ ਦੇ ਸੁਭਾਅ ਬਦਲਤਾ। ਜਦ ਪਾਣੀ ਦਾ ਸੁਭਾਅ ਬਦਲ ਗਿਆ, ਜਿਹੜਾ ਨੂੰ ਪੀਊਗਾ ਉਹਦਾ ਵੀ ਸੁਭਾਅ ਬਦਲ ਜਾਏਗਾ, ਉਹਦਾ ਸੁਭਾਅ ਬਦਲ ਜਾਏਗਾ। ਬਾਣੀ ਜਾਂ ਨਾਮ ਮਿੱਟੀ ਅਤੇ ਪਾਣੀ 'ਤੇ ਸਭ ਤੋਂ ਵੱਧ ਅਸਰ ਕਰਦਾ ਹੈ। ਬਾਣੀ ਜਾਂ ਸਿਮਰਨ ਸਭ ਤੋਂ ਅਸਰ 2 ਚੀਜ਼ਾਂ ਜ਼ਿਆਦਾ ਕਰਦੇ, ਇੱਕ ਮਿੱਟੀ 'ਤੇ, ਇੱਕ ਪਾਣੀ 'ਤੇ। ਸਾਡੇ ਗੁਰੂ ਮਹਾਰਾਜ ਨੇ ਜਿੰਨੇ ਵੀ ਗੁਰਦੁਆਰਾ ਸਾਹਿਬ ਆਪਣੇ ਹੱਥਾਂ ਨਾਲ ਬਣਾਏ, ਪਾਣੀ ਦੇ ਕੰਢੇ 'ਤੇ ਬਣਾਏ ਜਾਂ ਪਾਣੀ ਦੇ ਵਿੱਚ ਬਣਾਏ, ਕਿ ਹਰ ਵਕਤ ਕੀਰਤਨ ਕਥਾ ਹੁੰਦੀ ਰਹੇਗੀ। ਉਹ ਜਿਹੜਾ ਕੀਰਤਨ ਹੈ, ਬਾਣੀ ਹੈ, ਉਹ ਪਾਣੀ 'ਚ ਪ੍ਰਵੇਸ਼ ਕਰੇਗੀ, ਉਸ ਪਾਣੀ ਨੂੰ ਅੰਮ੍ਰਿਤ ਬਣਾਏਗੀ। ਲੋਕ ਉੱਥੇ ਚੁੱਲ੍ਹੇ ਪੀਣਗੇ, ਉਹਨਾਂ ਦੇ ਵਿਚਾਰ ਬਦਲ ਜਾਣਗੇ, ਵਿਚਾਰ ਬਦਲ ਜਾਣਗੇ। ਤਾਂ ਉਹਨਾਂ ਨੇ ਬੜਾ ਇਹ ਸੋਚ ਸਮਝ ਕੇ ਬਣਾਇਆ। ਪੁਰਾਤਨ ਸਾਧੂ ਜਿਹੜੇ ਸਨ ਉਹ ਵੀ ਦਰਿਆਵਾਂ ਦੇ ਕੰਢਿਆਂ 'ਤੇ ਬੈਠ ਕੇ ਭਜਨ ਬੰਦਗੀ ਕਰਦੇ ਸਨ। ਉਹ ਪਾਣੀ ਨੂੰ ਇੰਨਾ ਪਵਿੱਤਰ ਕਰਦਾ ਕਿ ਲੋਕ ਉਹਨਾਂ 'ਤੇ ਇਸ਼ਨਾਨ ਕਰਿਆ ਕਰਦੇ ਸਨ ਦਰਿਆਵਾਂ ਦੇ ਕੰਢਿਆਂ 'ਤੇ ਜਾ ਕੇ। ਇਹ ਹੈ। ਸੋ ਕਹਿੰਦੇ ਆਪ ਸਵਾਰੈ ਮੈਂ ਮਿਲਾਂ। ਹੇ ਫਰਿੱਜੇ, ਤੂੰ ਆਪਣੇ ਆਪ ਨੂੰ ਸਵਾਰ ਲਏਂਗਾ, ਫਿਰ ਤੂੰ ਮੈਨੂੰ ਮਿਲੇਂਗਾ। ਮੈਂ ਮਿਲਿਆ ਸੁੱਖ ਹੋਏ, ਮੈਨੂੰ ਮਿਲ ਕੇ ਤੈਨੂੰ ਸੁੱਖ ਹੋਏਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਹੇ ਫਰੀਦ ਜੇ ਤੂੰ ਮੇਰਾ ਬਣ ਕੇ ਰਹੇਗਾ ਨਾ, ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਇਹ ਓਪਰਾ ਨਹੀਂ ਰਹੇਗਾ, ਤੇਰਾ ਆਪਣਾ ਹੀ ਹੋ ਜਾਏਗਾ। ਕਿਉਂਕਿ ਪਰਮਾਤਮਾ ਕਹਿੰਦੇ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦਾਂਗਾ। ਮੈਂ ਜੋ ਧਿਆਨ ਨਾਲ ਪੜ੍ਹਦਾ ਬਾਣੀ, ਜੋ ਸ਼ੁਰੂ ਪੜ੍ਹੇ, ਮੈਨੂੰ ਬੜੀ ਚੰਗੀ ਲੱਗੀ, ਮੈਂ ਤਾਂ ਗੱਲ ਹੀ ਬੜੀ ਵਧੀਆ ਹੈ। ਪਰਮਾਤਮਾ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦੂੰ। ਹਰ ਬੰਦਾ ਆਪਣੀ ਵਡਿਆਈ ਚਾਹੁੰਦਾ, ਐਸਾ ਕੋਈ ਬੰਦੇ ਨੇ ਆਪਣੀ ਵਡਿਆਈ ਨਹੀਂ ਚਾਹੁੰਦਾ। ਹਰ ਬੰਦਾ ਆਪਣੀ ਵਡਿਆਈ ਚਾਹੁੰਦਾ, ਅਤੇ ਵਡਿਆਈ ਕਰਾਉਣ ਲਈ ਕੋਈ ਦਾਨ ਕਰ ਰਿਹਾ, ਕੋਈ ਪੱਥਰ ਲਵਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਸੋਸ਼ਲ ਵਰਕ ਕਰ ਰਿਹਾ, ਕੋਈ ਕੁਛ ਕਰ ਰਿਹਾ। ਕਰੇਗਾ ਨਾ, ਸਿਰ ਵੀ ਮੇਰਾ ਨਾਮ ਹੋਵੇ, ਮੇਰੀ ਵਡਿਆਈ ਹੋਵੇ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਨਾਮ ਜਪੋ, ਵਾਹਿਗੁਰੂ ਵਾਹਿਗੁਰੂ, ਵਡਿਆਈ ਹੈ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰਮਾਤਮਾ ਕਹਿੰਦਾ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦਾਂਗਾ। ਪਰਮਾਤਮਾ ਦੀ ਵਡਿਆਈ ਕਰਦਾ ਕਰਦਾ ਬੰਦਾ ਇੱਕ ਦਿਨ ਸੰਤ ਹੋ ਜਾਂਦਾ। ਉਹ ਫਿਰ ਦੁਨੀਆ ਦੇਖੋ ਵਡਿਆਈ ਕਰਦੀ ਮਹਾਂਪੁਰਖਾਂ ਦੀ। ਬਸ ਮੈਂ ਜਦ ਸ਼ੁਰੂ ਫਿਰ ਜਦੋਂ ਬੰਦਾ ਸ਼ੁਰੂ 'ਚ ਪੜ੍ਹਦਾ, ਬੜੇ ਧਿਆਨ ਨਾਲ ਪੜ੍ਹਦਾ, ਹੌਲੀ ਹੌਲੀ ਫਿਰ ਰੂਟੀਨ ਜਿਹੀ ਹੋ ਜਾਂਦੀ ਹੈ। ਫਿਰ ਜਦੋਂ ਤੁਸੀਂ ਸ਼ੁਰੂ 'ਚ ਨਿਤਨੇਮ ਕਰਦੇ, ਬੜੇ ਧਿਆਨ ਨਾਲ ਕਰਦੇ ਕਿ ਨਹੀਂ। ਹੁਣ ਉਹ ਰਵਾਂ ਹੋ ਗਿਆ, ਯਾਦ ਹੋ ਗਿਆ, ਹੁਣ 400 ਚੱਲ ਹੁੰਦਾ। ਹੁਣ ਆਪਾਂ ਓਨੇ ਧਿਆਨ ਨਾਲ ਪਾਠ ਨਹੀਂ ਕਰਦੇ ਜਿੰਨਾ ਸ਼ੁਰੂ 'ਚ ਲੱਗੇ ਸੀ ਧਿਆਨ ਨਾਲ। ਇਸ ਲਈ ਜਦ ਤੁਸੀਂ ਧਿਆਨ ਨਾਲ ਬਾਣੀ ਪੜ੍ਹੋਗੇ ਤਾਂ ਬੜਾ ਕੁਛ ਇਸ 'ਚੋਂ ਮਿਲੇਗਾ। ਫਿਰ ਤੁਸੀਂ ਕਹੋਗੇ ਵੀ ਹਾਂ ਬਾਣੀ ਪੜ੍ਹਦੇ ਰਹਿਣਾ ਚਾਹੀਦਾ, ਨਾਮ ਜਪਦੇ ਰਹਿਣਾ, ਬਾਕੀ ਸਭ ਕੁਛ ਆਪੇ ਠੀਕ ਹੋ ਜਾਏਗਾ। ਅੱਗੇ ਫਰੀਦ ਸਾਹਿਬ ਕਹਿੰਦੇ ਕੰਧੀ ਉੱਤੇ ਰੁਖੜਾ, ਕਿਚਰਕ ਬੰਨ੍ਹੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ, ਕਿਚਰ ਤਾਈਂ ਨੀਰ। ਕੰਧੀ ਹੁੰਦਾ ਕਿਨਾਰਾ, ਦਰਿਆ ਦੇ ਕਿਨਾਰੇ ਨੂੰ ਕੰਧੀ ਕਹਿੰਦੇ, ਕਿਨਾਰਾ। ਕੰਧੀ ਉੱਤੇ ਰੁਖੜਾ, ਦਰਿਆ ਦੇ ਕੰਢੇ 'ਤੇ ਕੋਈ ਦਰਖਤ ਹੈ। ਰੁਖੜਾ ਛੋਟੇ ਦਰਖਤ ਨੂੰ ਕਹਿੰਦੇ ਨੇ, ਸੋਹਣੇ ਦਰਖਤ ਨੂੰ ਕਹਿੰਦੇ ਨੇ, ਨਿਮਾਣੇ ਦਰਖਤ ਨੂੰ ਕਹਿੰਦੇ ਨੇ। ਜਿਵੇਂ ਜੋ ਦੀਸੈ ਗੁਰ ਸਿੱਖੜਾ, ਪੰਚਮ ਪਾਤਸ਼ਾਹ ਕਹਿੰਦੇ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਮੈਨੂੰ ਗੁਰਸਿੱਖ ਵਿਖਾਈ ਦਿੰਦਾ, ਮੈਂ ਝੁਕ ਕੇ ਉਹਦੇ ਪੈਰੀਂ ਲੱਗਦਾ। ਭਾਵੇਂ ਹੁਣ ਸਿੱਖੜਾ ਹੋਰ ਤਰ੍ਹਾਂ ਦਾ ਸ਼ਬਦ ਹੋ ਗਿਆ, ਉਦੋਂ ਮਤਲਬ ਪਿਆਰਾ ਸਿੱਖ। ਹੁਣ ਕਿਸੇ ਨੂੰ ਕਹਾ ਵੀ ਸਿਖੜਿਆ ਅਤੇ ਅਗਲਾ ਤੁਹਾਨੂੰ ਫੜ ਲੈ ਕੇ ਤੇਰੇ ਬੋਲਣ ਦਾ ਚੱਜ ਨਹੀਂ ਹੈਗਾ। ਇਸ ਤਰ੍ਹਾਂ ਰੁਖੜਾ ਹੈ, ਪਿਆਰਾ ਰੁੱਖ, ਛੋਟਾ ਰੁੱਖ, ਨਿਮਾਣਾ ਰੁੱਖ। ਕੰਧੀ ਉੱਤੇ ਰੁਖੜਾ, ਕਿਚਰਕ ਹੁੰਦਾ ਕਿੰਨੀ ਦੇਰ ਤੱਕ, ਬੰਨ੍ਹੈ ਧੀਰ, ਧੀਰਜ ਰੱਖ ਸਕਦਾ ਹੈ। ਕਿਉਂ?
ਕੰਢੇ ਦੇ ਉੱਤੇ ਉੱਗਿਆ ਹੋਇਆ ਹੈ। ਜਦੋਂ ਪਾਣੀ ਦੀ ਜ਼ੋਰ ਦੀ ਛੱਲ ਵੱਜੇਗੀ ਉਹ ਕੰਢਾ ਖੁਰਜੇਗਾ, ਦਰਖਤ ਨੇ ਪਾਣੀ 'ਚ ਰੁੜ ਜਾਣਾ ਹੈ। ਇਸ ਲਈ ਕਿੰਨੀ ਕੁ ਦੇਰ ਹੌਸਲਾ ਰੱਖ ਸਕਦਾ ਹੈ? ਉਹਨੂੰ ਪਤਾ ਮੈਂ ਅੱਜ ਗਿਆ ਕੱਲ੍ਹ ਗਿਆ। ਇਸੇ ਤਰ੍ਹਾਂ ਮਨੁੱਖ ਐਂ ਹੀ ਸਮਝਣਾ ਆਪਣਾ ਵੀ ਮੈਂ ਤਾਂ ਦਰਿਆ ਦੇ ਕੰਢੇ 'ਤੇ ਹਾਂ, ਪਤਾ ਨਹੀਂ ਕਦੋਂ ਮੌਤ ਦੀ ਛੱਲ ਆਉਣੀ ਹੈ ਅਤੇ ਮੈਂ ਖਤਮ ਹੋ ਜਾਣਾ ਹੈ। ਫਰੀਦਾ ਕੱਚਾ ਭਾਂਡਾ ਰੱਖੀਏ, ਕਿਚਰ ਤਾਈਂ ਨੀਰ, ਨੀਰ ਪਾਣੀ ਨੂੰ ਕਹਿੰਦੇ। ਕੱਚੇ ਭਾਂਡੇ 'ਚ ਕਿੰਨੀ ਕੁ ਦੇਰ ਤੱਕ ਪਾਣੀ ਰੱਖਿਆ ਜਾ ਸਕਦਾ ਕਿ ਪਾਣੀ ਨਾਲ ਭਾਂਡਾ ਖੁਰ ਜਾਏਗਾ? ਪਾਣੀ ਨਾਲ ਭਾਂਡੇ ਨੇ ਖੁਰ ਜਾਣਾ ਅਤੇ ਟੁੱਟ ਜਾਣਾ ਭਾਂਡੇ ਨੇ। ਇਸ ਲਈ ਪਾਣੀ ਨੂੰ ਕੱਚੇ ਭਾਂਡੇ 'ਚ ਬਹੁਤੀ ਦੇਰ ਨਹੀਂ ਰੱਖਿਆ ਜਾ ਸਕਦਾ। ਇਹ ਸਰੀਰ ਵੀ ਇੱਕ ਕੱਚੇ ਭਾਂਡੇ ਦੀ ਤਰ੍ਹਾਂ ਹੈ। ਇਸ ਨੂੰ ਅਸੀਂ ਬਹੁਤਾ ਸਮਾਂ ਇਹ ਜਿਉਂਦਿਆਂ ਨਹੀਂ ਰੱਖ ਸਕਦੇ। ਇਹਨੇ ਇੱਕ ਦਿਨ ਟੁੱਟਣਾ, ਭੱਜਣਾ, ਮਰਨਾ ਹੀ ਹੈ। ਸਿਰਫ ਸਾਨੂੰ ਯਾਦ ਕਰਾਏ ਵੀ ਆਪਣੇ ਯਾਦ ਰੱਖੋ, ਪਤਾ ਨਹੀਂ ਕਦੋਂ ਇਸ ਸੰਸਾਰ ਤੋਂ ਚਲੇ ਜਾਣਾ ਹੈ। ਥੋੜ੍ਹਾ ਜਿਹਾ ਸਮਾਂ ਮਿਲਿਆ ਹੈ, ਇਹ ਥੋੜ੍ਹੇ ਸਮੇਂ ਦੇ ਵਿੱਚ ਮੈਂ ਬੜੀ ਲੰਮੀ ਯਾਤਰਾ ਕਰਨੀ ਹੈ। ਸਾਡੀ ਯਾਤਰਾ ਜਿਹੜੀ ਜੀਵਨ ਦੀ ਯਾਤਰਾ ਹੈ ਬਹੁਤ ਲੰਮੀ ਹੈ। ਅਸੀਂ ਪਰਮਾਤਮਾ ਤੱਕ ਪਹੁੰਚਣਾ ਹੈ। ਯਾਤਰਾ ਬਹੁਤ ਲੰਮੀ ਹੈ, ਸਮਾਂ ਸਾਡੇ ਕੋਲ ਥੋੜ੍ਹਾ ਹੈ। ਜੇ ਪਤਾ ਲੱਗ ਜੇ ਵੀ ਇਮਤਿਹਾਨ ਬਿਲਕੁਲ ਸਿਰ 'ਤੇ ਆ ਗਿਆ ਅਤੇ ਅਜੇ ਤਿਆਰੀ ਨਹੀਂ ਕੀਤੀ ਤਾਂ ਫਿਰ ਜੇ ਸਿਆਣਾ ਬੱਚਾ ਦਿਨ ਰਾਤ ਲੱਗਾ ਰਹਿੰਦਾ ਹੈ। ਇਸ ਲਈ ਜਦੋਂ ਸਾਨੂੰ ਗਿਆਨ ਹੋ ਗਿਆ ਕਿ ਜੀਵਨ ਤਾਂ ਹੈ ਛੋਟਾ, ਸਫ਼ਰ ਸਾਡਾ ਹੈਗਾ ਬਹੁਤ ਲੰਮਾ, ਅਤੇ ਅਸੀਂ ਇਸੇ ਜੀਵਨ ਵਿੱਚ ਇਸ ਸਫ਼ਰ ਨੂੰ ਕਰਨਾ ਪੂਰੇ ਹਾਂ, ਤਾਂ ਫਿਰ ਸਾਨੂੰ ਜ਼ਿਆਦਾ ਘੰਟੇ ਤੁਰਨਾ ਪਵੇਗਾ, ਤਾਂ ਹੀ ਗੱਲ ਬਣੇਗੀ। ਇਹ ਸੋਚਣਾ ਹੈ ਕਿ ਮੇਰਾ ਜੀਵਨ ਛੋਟਾ ਜਿਹਾ ਅਤੇ ਮੈਂ ਤਾਂ ਰੱਬ ਨੂੰ ਮਿਲਣਾ, ਸਫ਼ਰ ਮੇਰਾ ਲੰਮਾ ਹੈ। ਇਸ ਲਈ ਮੈਨੂੰ ਕਈ ਘੰਟੇ ਭਜਨ ਬੰਦਗੀ ਕਰਨੀ ਪੈਗੀ ਤਾਂ ਕਿਤੇ ਜਾ ਕੇ ਸਫ਼ਰ ਮੁੱਕੇਗਾ। ਇਸ ਲਈ ਕਹਿੰਦੇ ਮੌਤ ਨੂੰ ਯਾਦ ਰੱਖਣਾ। ਇਹ ਸਰੀਰ 'ਤੇ ਇਸ ਤਰ੍ਹਾਂ ਹੈ ਜਿਵੇਂ ਦਰਿਆ ਦੇ ਕੰਢੇ 'ਤੇ ਕੋਈ ਰੁੱਖ ਹੋਵੇ। ਉਹ ਕਿੰਨੀ ਕੁ ਦੇਰ ਧੀਰਜ ਰੱਖ ਸਕਦਾ, ਕਿਉਂਕਿ ਪਤਾ ਨਹੀਂ ਦਰਿਆ ਦਾ ਛੱਲ, ਪਾਣੀ ਦੀ ਛੱਲ ਕਦੋਂ ਆਵੇ, ਕੰਢਾ ਜਾਵੇ ਖੁਰ ਅਤੇ ਦਰਖਤ ਡਿੱਗ ਪਏ ਪਾਣੀ 'ਚ। ਦੂਜੀ ਉਦਾਹਰਨ ਦਿੱਤੀ ਹੈ, ਫਰੀਦਾ ਕੱਚਾ ਭਾਂਡਾ ਰੱਖੀਏ, ਕਿਚਰ ਤਾਈਂ ਨਹੀਂ। ਕਿਚਰ ਨੇ ਕਿਤਨੀ ਦੇਰ, ਕਿਚਰ ਤਾਈਂ ਕਿਤਨੀ ਦੇਰ ਤੱਕ ਕੱਚੇ ਭਾਂਡੇ 'ਚ ਪਾਣੀ ਰੱਖਿਆ ਜਾ ਸਕਦਾ ਹੈ। ਕੱਚੇ ਭਾਂਡੇ 'ਚ ਪਾਣੀ ਬਹੁਤੀ ਦੇਰ ਨਹੀਂ ਰੱਖਿਆ ਜਾ ਸਕਦਾ। ਇਹ ਸਰੀਰ ਕੱਚੇ ਭਾਂਡੇ ਦੀ ਤਰ੍ਹਾਂ ਇਹਨੇ ਪਤਾ ਨਹੀਂ ਕਦੋਂ ਟੁੱਟ ਜਾਣਾ। ਇਸ ਲਈ ਜਿੰਨਾ ਵੀ ਸਮਾਂ ਮਿਲਿਆ ਇਸ ਦੇ ਵਿੱਚ ਭਜਨ ਬੰਦਗੀ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਬਾਕੀ ਸੰਸਾਰੀ ਕੰਮ ਧੰਦਾ ਤਾਂ ਅਸੀਂ ਤਾਂ ਕਰਨਾ ਹੈ ਕਿ ਸਾਨੂੰ ਗੁਰੂ ਮਹਾਰਾਜ ਕਹਿ ਪਾਏ ਤੁਸੀਂ ਗ੍ਰਸਤੀ ਹੋਣਾ ਹੈ। ਆਪਣੇ ਪਰਿਵਾਰ ਨੂੰ ਪਾਲਣ ਲਈ ਸਾਨੂੰ ਕੋਈ ਕੰਮ ਕਰਨਾ ਪਏਗਾ, ਜਿਹਦੇ ਬਦਲੇ ਸਾਨੂੰ ਪੈਸੇ ਮਿਲਣ। ਉਹ ਕੰਮ ਕਰਨਾ ਹੈ ਜਿਸ ਦੇ ਬਦਲੇ ਪੈਸੇ ਮਿਲਣ। ਪੈਸੇ ਕੋਲ ਹੋਣਗੇ ਤਾਂ ਹੀ ਪਰਿਵਾਰ ਨੂੰ ਪਾਲ ਸਕਦੇ ਨੇ। ਕੰਮ ਤਾਂ ਇਸ ਲਈ ਕਰਨਾ। ਬਾਕੀ ਜਿਹੜਾ ਉਦੇਸ਼ ਹੈ ਉਹ ਤਾਂ ਪਰਮਾਤਮਾ ਦੀ ਪ੍ਰਾਪਤੀ ਹੈ। ਨਿਰਾ ਕੰਮ ਧੰਦਾ ਕਰਨਾ, ਨਿਰੇ ਪੈਸੇ ਕਮਾਉਣਾ ਉਦੇਸ਼ ਨਹੀਂ। ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਪਰ ਮਾਇਆ ਇਸ ਲਈ ਕਮਾਉਣੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪਾਲਣਾ ਹੈ, ਅਤੇ ਪਰਿਵਾਰ ਨੂੰ ਮਾਇਆ ਤੋਂ ਬਿਨਾਂ ਨਹੀਂ ਪਾਲਿਆ ਜਾ ਸਕਦਾ। ਇਸ ਲਈ ਗੁਰੂ ਨਾਨਕ ਨੇ ਪਹਿਲਾਂ ਹੀ ਜਿਹੜਾ ਸਿਧਾਂਤ ਦਿੱਤਾ, ਕਿਰਤ ਕਰੋ। ਦੂਜਾ ਸਿਧਾਂਤ ਦਿੱਤਾ ਉਹਨਾਂ ਨੇ, ਨਾਮ ਜਪੋ। ਤੀਜਾ ਸਿਧਾਂਤ ਦਾ ਵੰਡ ਕੇ ਛਕੋ। ਸੋ ਸਿੱਖ ਨੇ ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਅਤੇ ਵੰਡ ਕੇ ਵੀ ਛਕਣਾ। ਆਹ ਦੇਖੋ ਜਦੋਂ ਲੋਕਡਾਊਨ ਸੀ, ਭੁੱਖਮਰੀ ਪੈ ਗਈ ਸੀ, ਸਿੱਖਾਂ ਨੇ ਥਾਂ ਥਾਂ 'ਤੇ ਲੰਗਰ ਲਾਏ। ਇਹ ਵੰਡ ਕੇ ਛਕਣ ਵਾਲੀ ਗੱਲ ਹੈ। ਇਹਨੂੰ ਕਹਿੰਦੇ ਵੰਡ ਕੇ ਛਕਣ। ਜਿਹਨਾਂ ਕੋਲ ਆਪਣੀ ਸਮਰੱਥਾ ਸੀ ਉਹਨੇ ਆਪ ਇਕੱਠੇ ਹੋ ਕੇ ਕੁਝ ਸਹਾਇਤਾ ਕਰਨੀ ਸ਼ੁਰੂ ਕਰਤੀ। ਗੁਰਦੁਆਰਾ ਨੇ, ਮੰਦਰ ਵਾਲਿਆਂ ਨੇ, ਜਿੱਥੇ ਜਿੱਥੇ ਵੀ ਸਾਨੂੰ ਕੋਈ ਹੈਗੇ, ਡੇਰਿਆਂ ਵਾਲੇ ਕੀ, ਉਹਨਾਂ ਨੇ ਲੰਗਰ ਲਾਤੇ ਕਿ ਭਾਈ ਆਹ ਛਕੋ ਭਾਈ ਲੰਗਰ, ਜਿੰਨਾ ਚਿਰ ਕੋਈ ਕੰਮ ਧੰਦਾ ਨਹੀਂ ਮਿਲਦਾ। ਅੱਗੇ ਫਰੀਦ ਸਾਹਿਬ ਕਹਿੰਦੇ, ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ,
ਬੈਸਨ ਰੂਹਾਂ ਮਲ। ਮਹਿਲ ਨਿਸਖਣ ਦੇ ਖਾਲੀ ਸਖਣੇ, ਕਿਉਂਕਿ ਮਨੁੱਖ ਵਾਸਾ ਆਇਆ ਤਲ। ਮਨੁੱਖ ਜਿਹੜਾ ਧਰਤੀ ਦੇ ਹੇਠਾਂ ਆ ਗਿਆ ਹੈ, ਕਬਰ 'ਚ ਹੈ ਨਾ, ਮਿੱਟੀ ਦੇ ਹੇਠਾਂ। ਮਰਨ ਤੋਂ ਬਾਅਦ ਇਸ ਮਨੁੱਖ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ। ਇਸ ਲਈ ਜਿਹੜੇ ਮਹਿਲਾਂ 'ਚ ਰਹਿੰਦੇ ਸੀ ਉਹ ਖਾਲੀ ਰਹਿ ਗਏ। ਕਿਉਂ? ਇਹ ਮਹਿਲਾਂ 'ਚ ਰਹਿੰਦਾ ਸੀ, ਅਮੀਰ ਸੀ, ਮੌਤ ਹੋ ਗਈ, ਇਹਨੂੰ ਜਿਹੜਾ ਹੈ ਮਿੱਟੀ ਦੇ ਹੇਠਾਂ ਦੱਬ ਦਿੱਤਾ ਗਿਆ। ਗੋਰਾਂ ਸੇ ਨਿਮਾਣੀਆਂ, ਉਹ ਕਬਰਾਂ ਜਿਹੜੀ ਨਿਮਾਣੀਆਂ ਸਨ, ਬੈਸਨ ਰੂਹਾਂ ਮਲ। ਉਹਨਾਂ ਰੂਹਾਂ ਆਈਆਂ, ਕਿਉਂਕਿ ਸਰੀਰ ਹੈ ਭਾਵ, ਸਰੀਰਾਂ ਨੇ ਆ ਕੇ ਉਹ ਕਬਰਾਂ ਨੂੰ ਮੱਲ ਲਿਆ। ਵੀ ਕਬਰਾਂ ਦੇ ਵਿੱਚ ਆ ਕੇ ਸਰੀਰ ਪੈ ਗਏ ਨੇ। ਜਿਨ੍ਹਾਂ ਮਹਿਲਾਂ 'ਚ ਰਹਿੰਦੇ ਸੀ ਉਹ ਖਾਲੀ ਰਹਿ ਗਏ। ਸੋ ਸਮਝਾਇਆ ਵੀ ਜੇ ਅਜਿਹਾ ਨਾ ਹੋਵੇ ਕਿ ਸਾਰੀ ਉਮਰ ਮਹਿਲ ਹੀ ਸਾਰਦੇ ਰਹੋ। ਮਹਿਲਾਂ 'ਚ ਥੋੜ੍ਹੀ ਦੇਰ ਰਹਿਣੇ, ਕਬਰਾਂ 'ਤੇ ਪਤਾ ਨਹੀਂ ਕਿੰਨੇ 100 ਸਾਲ ਪਏ ਰਹਿਣਾ ਹੈ। ਸੋ ਜਿੱਥੇ ਸੈਂਕੜੇ ਸਾਲ ਪਏ ਰਹਿਣਾ, ਉਹਦਾ ਖਿਆਲ ਰੱਖਣਾ ਚਾਹੀਦਾ। ਜਿੱਥੇ ਥੋੜ੍ਹਾ ਜਿਹਾ ਸਮਾਂ ਰਹਿਣਾ, ਉੱਥੇ ਸਾਰੀ ਸ਼ਕਤੀ ਨਹੀਂ ਲਾਉਣੀ ਚਾਹੀਦੀ। ਇਹਨਾਂ ਮਹਿਲਾਂ 'ਤੇ ਖਾਲੀ ਰਹਿ ਜਾਣਾ। ਕਬਰਾਂ ਦੇ ਵਿੱਚ ਜਾ ਕੇ ਬੰਦੇ ਨੇ ਧਰਤੀ ਹੇਠਾਂ ਦੱਬਿਆ ਜਾਣਾ। ਆਖੀਂ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ੍ਹ। ਸ਼ੇਖਾਂ ਨੂੰ ਬੰਦਗੀ ਦੇ ਦੋ ਅਰਥ ਨੇ। ਇੱਕ ਬੰਦਗੀ ਦਾ ਅਰਥ ਹੈ ਭਜਨ ਬੰਦਗੀ ਕਰਦਾ ਹੈ। ਆਪਾਂ ਦੇਖੋ ਦੋ ਸ਼ਬਦ ਵਰਤਦੇ ਹਾਂ। ਫਲਾਣਾ ਬੰਦਾ ਭਜਨ ਬੰਦਗੀ ਕਰਦਾ। ਭਜਨ ਹਿੰਦੀ ਪੰਜਾਬੀ ਤੋਂ ਗਿਆ, ਬੰਦਗੀ ਫਾਰਸੀ ਤੋਂ, ਮੀਨਿੰਗ ਇੱਕੋ ਹੀ ਹੈ। ਮੀਨਿੰਗ ਇੱਕੋ ਹੀ ਹੈ। ਉਹ ਭਜਨ ਕਰ ਰਿਹਾ, ਉਹ ਬੰਦਗੀ ਕਰ ਰਿਹਾ, ਮੀਨਿੰਗ ਇੱਕੋ ਹੈ। ਪਰ ਆਪਾਂ ਕਈ ਵਾਰੀ ਡਬਲ ਸ਼ਬਦ ਵਰਤਦੇ ਹਾਂ ਔਰ ਸਹਿਜ ਸੁਭਾਅ ਵਰਤਦੇ ਹਾਂ। ਦੂਜਾ ਬੰਦਗੀ ਦਾ ਅਰਥ ਹੁੰਦਾ ਫਤਿਹ ਬੁਲਾਉਣਾ। ਜਿਵੇਂ ਆਪਾਂ ਕਿਤੋਂ ਵਿਛੜਨ ਲੱਗੀਏ ਅਤੇ ਆਪਾਂ ਨੂੰ ਫਤਿਹ ਬੁਲਾਉਂਦੇ ਹਾਂ। ਆਖੀਂ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ੍ਹ। ਸ਼ੇਖਾਂ ਨੂੰ ਕਿ ਸਾਡੇ ਵੱਲੋਂ ਨਮਸਕਾਰ ਕਰ ਦਿਓ ਕਿ ਅੱਜ ਗਏ ਕਿ ਕੱਲ੍ਹ ਗਏ। ਇੱਥੇ ਸਦਾ ਨਹੀਂ ਰਹਿਣਾ। ਇਹ ਸਰੀਰਾਂ ਨੇ ਇੱਥੋਂ ਜਾਣਾ ਹੀ ਜਾਣਾ। ਕਿ ਸਾਡੇ ਸ਼ੇਖਾਂ ਨੂੰ ਬੰਦਗੀ ਬੁਲਾ ਦਿਓ, ਫਤਿਹ ਬੁਲਾ ਦਿਓ, ਅਤੇ ਨਾਲੇ ਯਾਦ ਕਰ ਦਿਓ ਵੀ ਅੱਜ ਹੀ ਜਾਣਾ ਕਿ ਕੱਲ੍ਹ ਜਾਣਾ। ਭਾਵ ਇੱਥੇ ਸਦਾ ਨਹੀਂ ਰਹਿਣਾ, ਅੱਜ ਜਾਂ ਕੱਲ੍ਹ ਨੇ ਸੰਸਾਰ ਤੋਂ ਚਲੇ ਜਾਣਾ ਹੈ। ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ, ਜਿਉਂ ਦਰਿਆਵੇ ਢਾਹ। ਅੱਗੇ ਦੋਜ਼ਕ ਤਪਿਆ ਸੁਣੀਐ, ਹੂਲ ਪਵੈ ਕਾਹ। ਮੌਤੈ ਦਾ, ਮੌਤ ਦਾ। ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ, ਜਿਉਂ ਦਰਿਆਵੇ ਢਾਹ। ਜਿਵੇਂ ਦਰਿਆ ਦੇ ਵਿੱਚ ਪਾਣੀ ਢਾਹ ਲਾਉਂਦਾ, ਪਾਣੀ ਦੀ ਛੱਲ ਜ਼ੋਰ ਨਾਲ ਆਉਂਦੀ ਹੈ ਅਤੇ ਕਿਨਾਰੇ ਨੂੰ ਢਾਹ ਦਿੰਦੀ ਹੈ। ਕਦੇ ਮੌਤ ਵੀ ਆਈ ਹੈ। ਮੌਤ ਦਾ ਬੰਨਾ ਵੀ ਇਹੋ ਜਿਹੀ ਹੈ। ਪਤਾ ਨਹੀਂ ਕਦੋਂ ਜੰਮ ਨੇ ਆ ਜਾਣਾ ਹੈ ਅਤੇ ਜਿੰਦ ਕੱਢ ਕੇ ਲੈ ਜਾਣੀ ਹੈ ਅਤੇ ਸਰੀਰ ਜਿਹੜਾ ਹੈ ਖਤਮ ਹੋ ਜਾਣਾ ਹੈ। ਇਹ ਤਾਂ ਇਸ ਤਰ੍ਹਾਂ ਜਿਵੇਂ ਦਰਿਆ ਦਾ ਕਿਨਾਰਾ ਹੋਵੇ, ਪਤਾ ਨਹੀਂ ਕਦੋਂ ਛੱਲ ਆਉਣੀ ਹੈ, ਉਹ ਜਿਹੜੇ ਕਿਨਾਰੇ ਢਾਹ ਦੇਣਾ ਉਸਨੇ। ਮੌਤ ਵੀ ਦਰਿਆ ਦੇ ਢਾਹੇ ਵਰਗੀ ਹੈ, ਦਰਿਆ ਦੀ ਛੱਲ ਵਰਗੀ ਹੈ। ਵੀ ਪਤਾ ਨਹੀਂ ਕਦੋਂ ਉਹਨੇ ਕਿਨਾਰਾ ਢਾਹ ਦੇਣਾ। ਐਂ ਹੀ ਮੌਤ ਹੈ। ਪਤਾ ਨਹੀਂ ਕਦੋਂ ਮੌਤ ਨੇ ਆਉਣਾ ਅਤੇ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਲੈ ਜਾਣਾ। ਅੱਗੇ ਦੋਜ਼ਕ ਤਪਿਆ ਸੁਣੀਏ। ਅੱਗੇ ਹੈ ਕਹਿੰਦੇ ਵੀ ਨਰਕ ਦੀ ਅੱਗ ਹੈ ਜੀ, ਦੋਜ਼ਕ। ਜੱਜੇ ਦੇ ਪੈਰ 'ਚ ਬਿੰਦੀ ਲਾਉਣੀ ਹੈ। ਫਾਰਸੀ ਦਾ ਸ਼ਬਦ ਹੈ। ਵੈਸੇ ਫਾਰਸੀ ਦਾ ਸ਼ਬਦ ਹੈ ਦੋਜ਼ਖ। ਖੱਖੇ ਕੱਕੇ ਤਾਂ 'ਤੇ ਖੱਖਾ ਹੈ, ਦੋਜ਼ਖ। ਗੁਰਬਾਣੀ 'ਚ ਆ ਕੇ ਕੁਝ ਸਪੈਲਿੰਗ ਬਦਲ ਜਾਂਦੇ ਨੇ ਵਿੱਚ। ਜਿਵੇਂ ਕਾਗਜ਼, ਗੁਰਬਾਣੀ ਲਿਖਿਆ ਕਾਗਦ, ਜ਼ਜ਼ਾ ਦੱਦੇ 'ਚ ਬਦਲ ਗਿਆ ਹੈ। ਇਸੇ ਤਰ੍ਹਾਂ ਦੋਜ਼ਖ ਦੋਜ਼ਕ 'ਚ ਬਦਲ ਗਿਆ ਹੈ। ਭਾਵ ਨਰਕ। ਆਪਾਂ ਨਰਕ ਕਹਿੰਦੇ ਹਾਂ, ਅਰਬੀ ਫਾਰਸੀ ਇਸ ਨੂੰ ਦੋਜ਼ਕ ਕਹਿੰਦੇ ਨੇ। ਕਹਿੰਦੇ ਅੱਗੇ ਸੁਣੀ ਦਾ ਜਿਹੜਾ ਨਰਕ ਹੈ ਨਾ, ਉਹ 'ਚ ਅੱਗ ਬਲ ਰਹੀ ਹੈ, ਤਪਿਆ, ਬੜਾ ਤਪਿਆ, ਬੜੀ ਅੱਗ ਬਲ ਰਹੀ ਹੈ। ਹੂਲ ਪਵੈ ਕਾਹ।
ਅਤੇ ਉੱਥੇ ਰੌਲਾ ਹਾਏ ਹਾਏ ਦਾ ਰੌਲਾ ਪੈ ਰਿਹਾ, ਰੌਲਾ ਰੱਪਾ ਪਿਆ ਹੋਇਆ, ਉੱਥੇ ਰੌਲਾ ਰੱਪਾ ਪੈ ਰਿਹਾ, ਹਾਏ ਹਾਏ ਕਰ ਰਹੇ ਨੇ ਲੋਕ। ਕਿਉਂ? ਜਿਹੜੇ ਨਰਕਾਂ ਸੁੱਟ ਦਿੱਤੇ ਗਏ ਲੋਕ, ਉਹ ਫਿਰ ਦੁਖੀ ਹੋ ਰਹੇ ਨੇ, ਉਹ ਧਾਹਾਂ ਮਾਰ ਰਹੇ ਨੇ, ਹਾਹਾਕਾਰ ਕਰ ਰਹੇ ਨੇ। ਉਹਨਾਂ ਦਾ ਹੂਲ ਹੁੰਦਾ ਰੌਲਾ, ਉਹਨਾਂ ਦਾ ਰੌਲਾ ਸੁਣਾਈ ਦੇ ਰਿਹਾ ਹੈ ਵੀ ਉਹ ਕਿੰਨੇ ਚੀਕਾਂ ਮਾਰਦੇ ਨੇ, ਦੁਖੀ ਨੇ। ਸੋ ਇਹ ਕਹਿੰਦੇ ਯਾਦ ਰੱਖਣਾ, ਜੇ ਚੰਗੇ ਕੰਮ ਨਾ ਕੀਤੇ ਫਿਰ ਪਰਮਾਤਮਾ ਨੇ ਸਾਨੂੰ ਨਰਕਾਂ ਸੁੱਟ ਦੇਣਾ, ਅਤੇ ਉੱਥੇ ਅੱਗ ਸੜਦੇ ਰਹਾਂਗੇ ਅਤੇ ਨਾਲ ਰੋਂਦੇ ਪਿੜਦੇ ਰਹਾਂਗੇ। ਸੋ ਯਾਦ ਕਰਾਇਆ ਵੀ ਜਿਵੇਂ ਦਰਿਆ ਹੈ, ਇਹ ਢਾਹ ਮਾਰ ਲਾਉਂਦਾ ਕਿਨਾਰਿਆਂ ਨੂੰ ਡੇਗ ਦਿੰਦਾ ਹੈ। ਮੌਤ ਜਦੋਂ ਆਉਂਦੀ ਹੈ ਸਰੀਰ 'ਚੋਂ ਜਿੰਦ ਕੱਢ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਫਿਰ ਜੇ ਬੰਦਾ ਭਜਨ ਬੰਦਗੀ ਨਹੀਂ ਕਰੇਗਾ, ਚੰਗੇ ਕੰਮ ਨਹੀਂ ਕਰੇਗਾ, ਤਾਂ ਫਿਰ ਇਹਨੂੰ ਨਰਕਾਂ ਦੀ ਅੱਗ ਸੁੱਟ ਦਿੱਤਾ ਜਾਏਗਾ। ਫਿਰ ਉੱਥੇ ਹਾਏ ਹਾਏ ਕਰੇਗਾ ਅਤੇ ਰੌਲਾ ਪਾਵੇਗਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈਆਂ ਨੂੰ ਤਾਂ ਇੱਕ ਨਾ ਮੈਨੇ ਕਈਆਂ ਨੂੰ ਤਾਂ ਸੋਝੀ ਆ ਗਈ ਵੀ ਹਾਂ ਬਈ ਨਾਮ ਜਪਣਾ ਚਾਹੀਦਾ। ਸਤ ਸੰਗਤ ਕਿਤੇ ਕੀਤੀ, ਸੋਝੀ ਆ ਗਈ, ਉਹਨੇ ਤਾਂ ਨਾਮ ਜਪਣਾ ਸ਼ੁਰੂ ਕਰਤਾ। ਇੱਕ ਫਿਰਦੇ ਬੇਪਰਵਾਹ, ਕਦੇ ਅਤੇ ਕਈ ਪਰਵਾਹ ਹੀ ਨਹੀਂ ਕਰਦੇ, ਭਜਨ ਬੰਦਗੀ ਨਹੀਂ ਕਰਦੇ। ਅਤੇ ਗੁਰਬਾਣੀ ਕਹਿੰਦੇ ਅਮਲ ਜੇ ਕੀਤਿਆ ਦੁਨੀ ਵਿੱਚ, ਸੰਸਾਰ 'ਚ ਕੇ ਜੋ ਕਰਮ ਕੀਤੇ। ਅਮਲ ਮੈਨੇ ਕਰਮ, ਫਾਰਸੀ ਸ਼ਬਦ ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ। ਜੰਨਤ ਸਵਰਗ ਨੂੰ ਕਹਿੰਦੇ ਨੇ, ਜਹੰਨਮ ਨਰਕ ਨੂੰ ਕਹਿੰਦੇ ਨੇ। ਅਮਲ ਹੁੰਦਾ ਕਰਮ। ਸਾਡੇ ਕਰਮਾਂ ਅਨੁਸਾਰ ਹੀ ਸਾਡੀ ਜ਼ਿੰਦਗੀ ਨਰਕ ਅਤੇ ਸਵਰਗ ਬਣਦੀ ਹੈ। ਬਹੁਤ ਸਾਰੇ ਲੋਕ ਨੇ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੇ ਨੇ, ਬਹੁਤ ਸਾਰੇ ਲੋਕ ਨੇ ਵਧੀਆ ਕਰਮ ਕਰ ਕਰਕੇ ਆਪਣੇ ਜੀਵਨ ਨੂੰ ਸਵਰਗ ਬਣਾ ਲੈਂਦੇ ਨੇ। ਇਹ ਮਨੁੱਖ ਆਪਣੇ ਜੀਵਨ ਨੂੰ ਆਪ ਹੀ ਨਰਕ ਅਤੇ ਆਪ ਹੀ ਸਵਰਗ ਬਣਾਉਂਦਾ ਹੈ। ਆ ਭੈੜੇ ਜਿੰਨੇ ਲੋਕ ਨੇ ਮਾੜੇ ਕੰਮ ਕਰਕੇ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੇ ਨੇ। ਜਿਹੜੇ ਵਧੀਆ ਲੋਕ ਨੇ ਚੰਗੇ ਕੰਮ ਕਰਕੇ ਆਪਣੇ ਜੀਵਨ ਨੂੰ ਸਵਰਗ ਬਣਾ ਲੈਂਦੇ, ਪਰ ਸੁਖੀ ਜੀਵਨ ਕਰ ਲੈਂਦੇ ਹਨ। ਅਮਲ ਜੇ ਕੀਤਿਆ ਦੁਨੀ ਵਿੱਚ, ਕੀਤਿਆ ਦਾ ਮਤਲਬ ਕੀਤੇ, ਜਿਹੜੇ ਸੰਸਾਰ 'ਚ ਰਹਿ ਕੇ ਕਰਮ ਕੀਤੇ, ਸੇ ਦਰਗਾਹ ਉਗਾਹ ਮੈਨੇ ਗਵਾਹੀ, ਉਹੀ ਦਰਗਾਹ ਸਾਡੀ ਗਵਾਹੀ ਦਿੰਦੇ ਨੇ। ਉਹ ਤਾਂ ਹੋਰ ਕੋਈ ਗਵਾਹ ਨਹੀਂ ਹੁੰਦਾ ਵੀ ਇਹ ਚੰਗੇ ਕੰਮ ਕਰਦੇ, ਮਾੜੇ ਕੰਮ ਕਰਦੇ। ਸਾਡੇ ਕਰਮ ਹੀ ਸਾਡੇ ਗਵਾਹ ਨੇ। ਜੋ ਅਸੀਂ ਕਰਮ ਕੀਤੇ ਨੇ ਉਹ ਤਾਂ ਲਿਖੇ ਗਏ। ਕਰਮ ਇੱਥੇ ਕਰਦੇ ਹਾਂ, ਉਹ ਧਰਮਰਾਜ ਦੇ ਰਜਿਸਟਰ 'ਚ ਲਿਖੇ ਜਾਂਦੇ ਨੇ। ਚੋਰੀ ਇੱਥੇ ਕੀਤੀ ਹੈ, ਲਿਖੀ ਉੱਥੇ ਗਈ ਹੈ। ਆਟੋਮੈਟਿਕ ਚੱਲਦਾ ਰਹਿੰਦਾ ਕੰਮ। ਬੜੇ ਜ਼ਬਰਦਸਤ ਸਿਸਟਮ ਹੈ। ਹਾਂਜੀ ਦੇਖੋ, ਉਹ ਇੰਨੀ ਦੁਨੀਆ 700 ਕਰੋੜ ਤੋਂ ਵੱਧ ਇਹ ਜਿਹੜਾ ਸੰਸਾਰ, ਜਿਸ ਸੰਸਾਰ 'ਚ ਅਸੀਂ ਰਹਿ ਰਹੇ ਹਾਂ, 700 ਕਰੋੜ ਤੋਂ ਵੱਧ ਲੋਕ ਇੱਥੇ ਹੀ ਨੇ। ਅਤੇ ਪਤਾ ਨਹੀਂ ਇਹੋ ਜਿਹੀ ਕਿੰਨੀਆਂ ਕੁ ਦੁਨੀਆਂ ਨੇ, ਅਤੇ ਉਹਨਾਂ ਸਾਰਿਆਂ ਦਾ ਉੱਥੇ ਹਿਸਾਬ ਕਿਤਾਬ ਰੱਖਣਾ। ਇਹ ਕੰਪਿਊਟਰ ਤਾਂ ਹੋਣਾ, ਉੱਥੇ ਤਾਂ ਆਹੀ ਸਿਸਟਮ ਹੋਣਾ। ਉੱਥੇ ਇੰਨੇ ਕਿੰਨੇ ਕੁ ਬੰਦੇ ਲਾਏ ਜਾਣਗੇ ਜਿਹੜੇ ਇੱਥੇ ਹਿਸਾਬ ਲਿਖਦੇ ਰਹਿਣ ਜੀ। ਹਾਂਜੀ ਵੀ ਜੈਮਸ ਨੇ ਚੋਰੀ ਕੀਤੀ, ਜੈਮਸ ਨੇ ਜੇ ਕਥਾ ਕੀਤੀ, ਜੈਮਸ ਨੇ ਠੱਗੀ ਕੀਤੀ, ਫਲਾਣਾ ਕੀਤਾ। 700 ਕਰੋੜ ਬੰਦੇ ਦਾ ਹਿਸਾਬ ਕਿਤਾਬ ਕਰਮਾਂ ਦਾ ਰੱਖਣਾ। ਆਟੋਮੈਟਿਕ ਸਿਸਟਮ ਹੀ ਹੋਣਾ ਉੱਥੇ ਵੀ ਆਪਣੇ ਆਪ ਹੀ ਛਪੀ ਜਾਓ। ਬਸ ਤੂੰ ਕਰ, ਤੁਸੀਂ ਛਪ ਜਾਣਾ। ਅਤੇ ਜੇ ਜਾਏਗਾ ਲੈਗਾ ਕੱਢ ਲੈਣਾ ਨੰਬਰ। ਹਾਂਜੀ ਹੁਣ ਬੈਂਕ ਵਾਲਿਆਂ ਨੂੰ ਅਕਾਊਂਟ ਨੰਬਰ ਦੱਸਣ ਦੀ ਲੋੜ ਨਹੀਂ, ਮੇਰਾ ਇੰਨਾ ਅਕਾਊਂਟ ਨੰਬਰ ਹੈ ਬਸ। ਮੈਂ ਹਾਂਜੀ ਕੀ ਨਾ ਤੁਹਾਡਾ ਜੈਮਲ ਸਿੰਘ, ਉਹਨੇ ਕੱਢ ਲੈਣਾ ਇੱਥੇ। ਫਲਾਣੇ ਬੈਂਕ 'ਚ ਦੇ ਇੰਨੇ ਪੈਸੇ, ਫਲਾਣੇ 'ਚ ਇੰਨੇ, ਫਲਾਣੇ 'ਚ ਇੰਨੇ, ਫਲਾਣੇ 'ਚ ਇੰਨੇ, ਸਭ ਕੁਝ ਕੱਢ ਲੈਣਾ ਉਹਨੇ। ਕੋਈ ਅਕਾਊਂਟ ਨੰਬਰ ਦੱਸਣ ਦੀ ਲੋੜ ਨਹੀਂ, ਸਿਰਫ ਨਾਮ ਹੀ ਦੱਸਣਾ। ਉਹਨੇ ਬਟਨ ਦੱਬਣਾ, ਜੈਮਲ ਸਿੰਘ ਆ ਜਾਣਾ, ਅੱਗੇ ਸਭ ਕੁਛ ਆ ਜਾਣਾ। ਅਸੀਂ ਕੁਛ ਨਹੀਂ ਛਿਪਾ ਸਕਦੇ। ਕਿਤੇ ਕਹੋ ਜੀ ਹਾਂਜੀ ਇੱਕ ਬੈਂਕ 'ਚ ਹੈ, ਤਾਂ ਉਹਨੂੰ ਨਹੀਂ ਪਤਾ ਨਾ। ਉਹੀ ਤਾਂ ਬੈਂਕ ਵਾਲੇ ਦੂਜੇ ਨੂੰ ਦੱਸਦੇ ਨਹੀਂ। ਜੇ ਤੁਸੀਂ ਕਿਸੇ ਹੋਰ ਬੈਂਕ 'ਚ ਪੁੱਛਣ ਜਾਵੇ ਬਾਬਾ ਜੀ ਕਿੰਨੇ ਪੈਸੇ ਬੈਂਕ 'ਚ ਜਮ੍ਹਾਂ, ਉਹ ਨਹੀਂ ਦੱਸਣਗੇ ਤੁਹਾਨੂੰ।
ਉਹ ਕਦੇ ਨਹੀਂ ਦੱਸਣਗੇ, ਪਰ ਉਹ ਵੇਖ ਸਕਦੇ ਨੇ ਵੀ ਹਾਂ ਬਾਬਾ ਜੀ ਦੇ ਕਿਹੜੇ ਕਿਹੜੇ ਬੈਂਕ 'ਚ ਕਿੰਨੇ ਪੈਸੇ ਪਏ ਨੇ। ਉਹਨੂੰ ਪਤਾ ਹੈ, ਉਹ ਜੇ ਦੱਸਦੇ ਨਹੀਂ ਹੈ। ਜੇ ਤੇ ਪੁੱਛਣ ਚਲੇ ਜੇ ਆਪਣੇ ਸਕੇ ਭਰਾ ਦਾ ਪੁੱਛਣ ਚਲੇ ਉਹਦੇ ਕਿੰਨੇ ਪੈਸੇ ਅਕਾਊਂਟ 'ਚ, ਨਹੀਂ ਦੱਸਦੇ ਤੁਹਾਨੂੰ, ਦੂਜੇ ਨਹੀਂ ਦੱਸਦੇ, ਸੀਕ੍ਰੇਸੀ ਹੁੰਦੀ ਹੈ। ਹਾਂਜੀ, ਪਰ ਉਹਨਾਂ ਨੂੰ ਸਾਰਾ ਪਤਾ ਹੁੰਦਾ। ਜਿਵੇਂ ਇੱਥੇ ਆਟੋਮੈਟਿਕ ਸਿਸਟਮ ਹੈ ਨਾ, ਐਂ ਉੱਥੇ ਵੀ ਹੋਣਾ। ਉਹ ਤਾਂ ਬੜੇ ਐਡਵਾਂਸ ਨੇ। ਮੈਂ ਸੋਚਦਾ ਕਿ ਬੈਠਾ ਵੀ ਉਹ ਕਿਤਨੀ ਟੈਕਨੋਲੋਜੀ ਉਹਨਾਂ ਦੀ ਐਡਵਾਂਸ ਹੈ। ਬਈ 700 ਕਰੋੜ ਬੰਦਿਆਂ ਦਾ ਹਿਸਾਬ ਰੋਜ਼ ਦਾ ਰੋਜ਼ ਲਿਖਣ ਲਈ ਤਾਂ ਫਿਰ ਕਿੰਨੇ ਬੰਦੇ ਚਾਹੀਦੇ ਨੇ, ਇੰਨੇ ਨਹੀਂ ਉੱਥੇ ਹੋ ਸਕਦੇ। ਉਸ ਦਾ ਆਟੋਮੈਟਿਕ ਸਿਸਟਮ ਹੈ। ਉਹ ਤਾਂ ਗਿਆ ਮੈਂ, ਹਾਂਜੀ ਜੈਮਲ ਸਿੰਘ ਜੀ ਤੁਹਾਡੇ ਵਿਰੁੱਧ ਲਿਖਿਆ ਤੁਸੀਂ ਚੋਰੀ ਕੀਤੀ। ਨਾ ਜੀ, ਲੈ ਮੈਂ ਤਾਂ ਸਾਰੀ ਉਮਰ ਕਥਾ ਕਰਦਾ ਰਿਹਾ, ਮੈਂ ਤਾਂ ਸਾਰੀ ਉਮਰ ਸੰਥਿਆ ਦਿੰਦਾ ਰਿਹਾ। ਨਹੀਂ ਕਹਿੰਦੇ ਪਏ ਇੱਥੇ ਲਿਖਿਆ ਹੋਇਆ, ਮੈਂ ਮੰਨਦਾ ਨਹੀਂ। ਆਦਤ ਹੈ ਨਾ ਝੂਠ ਬੋਲਦੀ, ਮੈਂ ਤਾਂ ਮੰਨਦਾ ਨਹੀਂ ਹੈਗਾ। ਉਹਨਾਂ ਬਟਨ ਦੱਬਣਾ, ਉਹ ਸਕਰੀਨ ਆ ਜਾਏ ਸਾਹਮਣੇ, ਇਹ ਆ ਜਾ ਰਿਹਾ, ਇਹ ਆ ਗਰਿੱਲਾਂ ਪੱਟ ਰਿਹਾ, ਇਹ ਆ ਅੰਦਰ ਗਿਆ, ਆ ਚੱਕ ਲੈ ਪੈਸੇ ਨੇ, ਆ ਜਾ। ਫਿਰ ਉਹਨੇ ਜਮਦੂਤ ਰੱਖੇ, ਉਹ ਕਟਾਪਾ ਕਰਨਾ ਸ਼ੁਰੂ ਕਰ ਦਿੰਦੇ। ਸਭ ਕੁਛ ਆਟੋਮੈਟਿਕ ਸਿਸਟਮ ਹੈ ਉੱਥੇ। ਹਾਂਜੀ, ਇਸ ਲਈ ਉਹਨਾਂ ਦਾ ਜਿਹੜਾ ਬੰਦੇ ਦੀ ਹੌਲੀ ਹੌਲੀ ਅਕਲ ਬੜੀ ਤੇਜ਼ ਹੈ, ਇਹਨਾਂ ਨੇ ਫਿਰ ਉਹ ਸਿਸਟਮ ਇੱਥੇ ਲੈ ਆਂਦਾ। ਹਾਂਜੀ, ਵੀ ਤੁਸੀਂ ਕੁਝ ਨਹੀਂ ਛੁਪਾ ਸਕਦੇ, ਤੁਸੀਂ ਆਪਣਾ ਕੁਝ ਵੀ ਨਹੀਂ ਛੁਪਾ ਸਕਦੇ। ਜਿਵੇਂ ਤੁਸੀਂ ਦੇਖੋ ਆਪਣਾ ਘਰ ਮਗਰੋਂ ਵੇਖਣਾ, ਮੰਨ ਲਓ ਮੈਂ ਯੂਪੀ ਗਿਆ, ਆਪਣਾ ਘਰ ਵੇਖਣਾ ਮਗਰੋਂ ਮੋਬਾਈਲ 'ਤੇ ਮੇਰਾ ਜੁੜ ਜਾਏਗਾ, ਉੱਥੇ ਬੈਠਾ ਵੇਖ ਰਹਾ ਹੋਊਗਾ ਵੀ ਹਾਂ ਮੇਰੇ ਵਿਹੜੇ 'ਚ ਕੌਣ ਹੁਣ ਆਇਆ, ਕੌਣ ਹੈ, ਕੌਣ ਗੁਰਦੁਆਰਾ ਚੜ੍ਹ ਰਿਹਾ, ਕੌਣ ਜਾ ਰਿਹਾ ਹੈ, ਸਭ ਕੁਝ ਦੇਖ ਸਕਦਾ ਮੈਂ। ਕੰਪਨੀ ਵਾਲੇ ਨੇ 100 ਟਰੱਕ ਰੱਖੇ ਹੋਏ ਨੇ, 100 ਬੰਦਾ ਡਰਾਈਵਰ ਲਾ ਰੱਖਿਆ, ਉਹਨਾਂ ਕੋਲ ਉੱਥੇ ਕੰਟਰੋਲ ਹੈ। ਉਹ ਵੇਖ ਲੈਂਦੇ ਨੇ ਇੰਨੇ ਟਰੱਕ ਨੰਬਰ ਇੰਨਾ, ਆਹ ਡਰਾਈਵਰ ਹੈ, ਇਸ ਵੇਲੇ ਚਲਾ ਰਿਹਾ ਕਿ ਮੋਬਾਈਲ ਸੁਣ ਰਿਹਾ ਕਿ ਗੱਲਾਂ ਮਾਰ ਰਿਹਾ ਹੈ ਕਿ ਖੜ੍ਹਾ, ਹੁਣ ਉੱਥੇ ਵੇਖ ਲੈਣਾ। ਹਾਂਜੀ, ਇਸ ਲਈ ਕੁਛ ਨਹੀਂ ਛਿਪਦਾ। ਹੁਣ ਤਾਂ ਸਮਝਾਇਆ ਕਿ ਮਨੁੱਖ ਜੋ ਕਰਮ ਕਰਦਾ ਨਾ ਇਸ ਸੰਸਾਰ 'ਚ ਰਹਿ ਕੇ, ਇਹੀ ਉਸ ਦਾ ਜਿਹੜੇ ਗਵਾਹ ਬਣ ਜਾਂਦੇ ਨੇ। ਸਾਡੇ ਕਰਮ ਹੀ ਸਾਡੇ ਗਵਾਹ ਬਣ ਜਾਂਦੇ। ਉੱਥੇ ਇਸ ਤਰ੍ਹਾਂ ਗਵਾਹ ਲਿਜਾਣ ਦੀ ਲੋੜ ਨਹੀਂ ਜਿਵੇਂ ਤੇ ਆਪਾਂ ਇੱਥੇ ਕਚਹਿਰੀਆਂ 'ਚ ਲੈ ਕੇ ਜਾਂਦੇ ਜੱਜ ਦੇ ਸਾਹਮਣੇ ਨਾ, ਕਿ ਉਹਨਾਂ ਵਿਚਾਰਿਆਂ ਦਾ ਪਤਾ ਨਹੀਂ, ਇਸ ਲਈ ਗਵਾਹ ਜਾ ਕੇ ਲੈਣੇ, ਅਤੇ ਗਵਾਹ ਝੂਠੇ ਸੱਚੇ ਸਭ ਪ੍ਰਕਾਰ ਦੇ ਹੁੰਦੇ ਨੇ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ, ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ। ਇਹਨੂੰ ਪੜ੍ਹਨਾ ਗਾਲੀ, ਗੱਗੇ ਨੂੰ ਕੰਨਾ, ਲੱਲੇ ਨੂੰ ਬਿਹਾਰੀ ਬਿੰਦੀ, ਸੋ ਗਾਲੀ ਰੱਬ ਕੀਆਂ। ਦਰਿਆ ਫਰੀਦਾ ਦਰਿਆਵੈ ਕੰਨੈ ਬਗਲਾ, ਦਰਿਆ ਦੇ ਕੋਲ ਨਾ ਬਗਲਾ ਬੈਠਾ, ਬੈਠਾ ਕੇਲ ਕਰੇ, ਮਜ਼ਾ ਕਰ ਰਿਹਾ, ਪਾਣੀ ਡੱਡੀਆਂ ਮੱਛੀਆਂ ਆ ਰਹੀਆਂ ਨੇ। ਕਹਿੰਦੇ ਬਗਲੇ ਨੂੰ ਵੇਖਿਆ, ਜੋ ਖੇਤੀਬਾੜੀ ਕਰਦੇ ਪਾਣੀ ਲਾਉਣਾ ਖੇਤ ਨੂੰ, ਉਹ ਜੀਵ ਧਰਤੀ 'ਚੋਂ ਨਿਕਲਣੇ, ਉਹਨੂੰ ਖਾਣ ਲਈ ਬਗਲੇ ਆ ਜਾ ਕਰਦੇ ਸੀ। ਉਹਨੇ ਛੋਟੀ ਜਿਹੀ ਮੱਛੀ ਕੋਈ ਆ ਗਈ ਹੈ, ਮੱਛੀ ਨੂੰ ਚੱਕਦੇ ਸੀ, ਬਗਲਾ ਮੱਛੀ ਚੱਕੇ ਫਿਰ ਨਾ ਉੱਪਰ ਨੂੰ ਸੁੱਟਦਾ ਸੀ, ਉਹਨੂੰ ਉੱਪਰ ਸੁੱਟਦਾ, ਫਿਰ ਮੂੰਹ ਟੱਟਦਾ, ਫਿਰ ਮੂੰਹ 'ਚ ਪਾਉਂਦਾ ਸੀ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਖੇਡਾਂ ਕਰ ਰਿਹਾ। ਉਹਦੇ ਲਈ ਤਾਂ ਇਹ ਖੇਡ ਹੈ, ਇਹ ਨਹੀਂ ਪਤਾ ਵੀ ਇਹ ਮੱਛੀ ਹੈ ਤਾਂ ਉਹਨੂੰ ਖਾਣ ਲੱਗਾ ਹੈ, ਸਿੱਧਾ ਨਹੀਂ ਖਾਂਦਾ। ਹੁਣ ਮੱਛੀ ਫੜੀ ਉੱਪਰ ਨੂੰ ਸੁੱਟਦਾ, ਫਿਰ ਮੂੰਹ ਟੱਟਦਾ, ਮੱਛੀ ਮੂੰਹ ਚੱਕ ਕੇ ਡਿੱਗਦੀ ਹੈ। ਦਰਿਆ ਦੇ ਕੰਢੇ 'ਤੇ ਬੈਠਾ ਬਗਲਾ ਜਿਹੜਾ ਹੈ ਇਹ ਖੇਡਾਂ ਕਰ ਰਿਹਾ ਹੈ। ਕੇਲ ਕਰੇਂਦੇ ਹੰਝ ਨੂੰ, ਹੰਝ ਬਗਲੇ ਨੂੰ ਕਹਿੰਦੇ ਨੇ, ਅਚਿੰਤੇ ਬਾਜ ਪਏ, ਬਗਲਾ ਤੇ ਡੱਡੀਆਂ ਮੱਛੀਆਂ ਨਾਲ ਖੇਡ ਰਿਹਾ, ਉਹਨਾਂ ਨੂੰ ਖਾ ਰਿਹਾ, ਅਚਾਨਕ ਬਾਜ ਆ ਗਏ, ਬਗਲੇ ਨੂੰ ਚੱਕ ਕੇ ਲੈ ਗਏ। ਚੱਲ ਵੀ ਹੈ ਬੰਦਿਆ, ਤੂੰ ਜਿਹੜਾ ਹੈ ਇਹ ਆਨੰਦ ਮਾਣ ਰਿਹਾ ਚੀਜ਼ਾਂ ਦੇ ਨਾਲ ਹੈ, ਉਹਦੀ ਪਤਾ ਲੈ ਮੌਤ ਰੂਪੀ ਜਿਹੜਾ ਹੈ ਬਾਜ ਨੇ ਆਉਣਾ, ਤੈਨੂੰ ਵੀ ਚੱਕ ਕੇ ਲੈ ਜਾਣਾ। ਕੇਲ ਕਰੇਂਦੇ ਹੰਝ ਨੂੰ, ਅਚਿੰਤੇ ਬਾਜ ਪਏ, ਅਚਿੰਤੇ ਹੁੰਦਾ ਜਿਹਦਾ ਚਿੱਤ ਚੇਤਾ ਵੀ ਨਾ ਹੋਵੇ, ਅਚਾਨਕ ਹੀ ਬਾਜ ਆ ਕੇ ਪੈ ਗਏ।
ਬਾਜ ਪਏ ਤਿਸ ਰੱਬ ਦੇ। ਹਾਂ, ਇਹ ਬਾਜ ਮੌਤ ਰੂਪੀ ਬਾਜ ਕਿੰਨੇ ਭੇਜਿਆ? ਪਰਮਾਤਮਾ ਨੇ। ਵੀ ਚੱਕ ਲਿਆ। ਉਹ ਤਾਂ ਇੱਕ ਮੌਜਾਂ ਕਰ ਰਿਹਾ, ਖੇਡਾਂ ਖੇਡ ਰਿਹਾ, ਅਤੇ ਪਰਮਾਤਮਾ ਦਾ ਹੁਕਮ ਹੋ ਗਿਆ ਮੌਤ ਰੂਪੀ ਬਾਜ ਨੂੰ ਕਿਸ ਬਗਲੇ ਨੂੰ ਚੱਕ ਲਿਓ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਫਿਰ ਸਭ ਖੇਡਾਂ ਭੁੱਲ ਗਈਆਂ। ਜਦੋਂ ਬਾਜ ਨੇ ਚੱਕ ਲਿਆ, ਹੁਣ ਪਤਾ ਬਗਲੇ ਮੈਨੂੰ ਖਾਊਗਾ, ਮਾਰੇਗਾ ਮੈਨੂੰ। ਸਭ ਖੇਡਾਂ ਭੁੱਲ ਗਈਆਂ। ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਰੱਬ ਨੇ ਉਹ ਗੱਲਾਂ ਕਰਤੀਆਂ ਜਿਹੜੇ ਚਿੱਤ ਚੇਤੇ ਵੀ ਨਹੀਂ ਸਨ। ਬਗਲੇ ਨੂੰ ਮੌਤ ਚਿੱਤ ਚੇਤੇ ਵੀ ਨਹੀਂ ਸੀ, ਪਰ ਜਿਹੜਾ ਖੇਡਾਂ ਕਰਦਿਆਂ ਹੋਇਆ, ਆਨੰਦ ਮਾਣਦਿਆਂ ਹੋਇਆਂ ਮੌਤ ਆ ਗਈ ਹੈ। ਇਸ ਲਈ ਇਨਸਾਨ ਨੂੰ ਸਮਝਾਇਆ ਕਿ ਤੂੰ ਇਹ ਨਾ ਸੋਚ ਕਿ ਜੇ ਤੂੰ ਤੇਰੀ ਛੋਟੀ ਉਮਰ ਹੈ, ਅਜੇ ਤੂੰ ਬਹੁਤ ਜਿਉਣਾ ਹੈ, ਕੋਈ ਪਤਾ ਨਹੀਂ। ਇਹ ਮਨੁੱਖ ਭਜਨ ਬੰਦਗੀ ਛੱਡ ਕੇ ਹੋਰ ਪਾਸਿਆਂ ਨੂੰ ਲੱਗਾ ਰਹਿੰਦਾ ਹੈ। ਉਹਦੀ ਪਤਾ ਲੱਗਣਾ ਜਦੋਂ ਅਚਾਨਕ ਮੌਤ ਆ ਜਾਣੀ ਹੈ, ਅਤੇ ਫਿਰ ਸਭ ਕੁਝ ਵਿੱਚ ਹੀ ਰਹਿ ਰੂ ਜਾਣਾ ਹੈ। ਇਸ ਲਈ ਯਾਦ ਕਰਾਇਆ ਕਿ ਕਈ ਵਾਰੀ ਮਨੁੱਖ ਨਾਲ ਉਹ ਕੁਛ ਬੀਤ ਜਾਂਦਾ ਹੈ ਜੋ ਉਸ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ, ਉਹਨੂੰ ਤਾਂ ਤਕਰੀਬਨ ਗਿਆਨ ਹੋ ਜਾਂਦਾ ਵੀ ਹਾਂ ਮੈਂ ਕਿਸੇ ਵੇਲੇ ਵੀ ਹੁਣ ਮਰ ਸਕਦਾ, ਪਰ ਜਦੋਂ ਜਵਾਨ ਹੁੰਦਾ ਉਹ ਤਾਂ ਕਦੇ ਮੈਂ ਤਾਂ ਮਰਨਾ ਹੀ ਨਹੀਂ। ਵੀ ਤਾਂ ਬੁੱਢੇ ਮਰਦੇ ਨੇ, ਮੈਂ ਥੋੜ੍ਹਾ ਹੀ ਮਰਨਾ। ਉਹ ਖਾਣ ਪੀਣ ਪਹਿਨਣ ਨੱਚਣ ਟੱਪਣ ਇਹਨਾਂ ਪਾਸੇ ਲੱਗਾ ਰਹਿੰਦਾ, ਭਜਨ ਬੰਦਗੀ ਕਰਦਾ ਨਹੀਂ। ਉਹਦੀ ਪਤਾ ਲੱਗ ਜਦੋਂ ਮੌਤ ਆ ਜਾਂਦੀ ਹੈ। ਗੁਰਬਾਣੀ ਕਹਿੰਦੀ ਹੈ ਜਿਵੇਂ ਕਿਸਾਨ ਨੇ ਫਸਲ ਬੀਜੀ, ਇਹ ਕਿਸਾਨ ਦੀ ਮਰਜ਼ੀ ਹੈ ਕੱਚੀ ਫਸਲ ਵੱਢ ਲਏ, ਡੱਡਰੀ ਵੱਢ ਲਏ ਜਾਂ ਪੱਕੀ ਵੱਢੇ, ਇਹ ਤਾਂ ਉਹਦੀ ਮਰਜ਼ੀ ਹੈ। ਫਸਲ ਨਹੀਂ ਉਹਨੂੰ ਕਹਿ ਸਕਦੀ ਮੈਂ ਜੇ ਕੱਚੀ ਹਾਂ ਮੈਨੂੰ ਨਾ ਜੇ ਵੱਢ, ਇਹ ਉਹਦੀ ਮਰਜ਼ੀ ਹੈ। ਐਂ ਪਰਮਾਤਮਾ ਦੀ ਅਸੀਂ ਫਸਲ ਹਾਂ, ਉਹ ਜਦੋਂ ਮਰਜ਼ੀ ਵੱਢ ਲਏ ਪਏ। ਉਹ ਬਚਪਨ 'ਚ ਵੱਢ ਲਏ, ਸਾਨੂੰ ਜਵਾਨੀ 'ਚ ਵੱਢ ਲਏ, ਬੁਢਾਪੇ 'ਚ ਵੱਢੇ, ਇਹ ਉਹਦੀ ਮਰਜ਼ੀ ਹੈ। ਅਸੀਂ ਉੱਥੇ ਉਹਦੇ ਅੱਗੇ ਕੋਈ ਜ਼ੋਰ ਸਾਡਾ ਨਹੀਂ ਚੱਲਦਾ। ਸਮਝਾਇਆ ਕਿ ਭਾਈ ਉਹ ਗੱਲਾਂ ਹੋ ਜਾਂਦੀਆਂ ਜਿਹਦਾ ਚਿੱਤ ਚੇਤਾ ਵੀ ਨਹੀਂ ਹੁੰਦਾ। ਮਨੁੱਖ ਸੋਚਦਾ ਵੀ ਅਜੇ ਨਹੀਂ ਮੈਂ ਮਰਦਾ, ਅਜੇ ਤਾਂ ਮੈਂ ਬੜੇ ਸਾਲ ਹੋਰ ਜਿਉਣਾ ਹੈ। ਇਹ ਮੌਜਾਂ ਕਰਨ 'ਤੇ ਲੱਗਾ, ਉਹਦੀ ਪਤਾ ਜਦੋਂ ਮੌਤ ਆ ਜਾਂਦੀ ਹੈ। 3.5 ਮਣ ਦੇਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬਨ। 3.5 ਮਣ 40 ਸੇਰ ਦਾ ਮਣ ਹੋਇਆ ਕਰਦਾ ਸੀ। ਪਹਿਲਾਂ ਕਿਲੋ ਕੁਇੰਟਲ ਨਹੀਂ ਸਨ ਹੁੰਦੇ, ਸੇਰ ਹੁੰਦੇ ਸਨ, ਮਣ ਹੁੰਦੇ ਸਨ। ਬੱਚੇ ਨੂੰ ਸਮਝਾਉਣ ਲਈ ਕਹਿੰਦੇ, ਜੇ ਉਹ ਪੁੱਛੇ ਸੇਰ ਕਿਹਨੂੰ ਕਹਿੰਦੇ, ਵੀ ਜਿਹਨੂੰ ਅੱਜ ਕੱਲ੍ਹ ਕਿਲੋ ਕਹਿੰਦੇ ਨੇ, ਇਹਨੂੰ ਸੇਰ ਕਹਿੰਦੇ ਸੀ। ਉਹਦੇ ਕੁਇੰਟਲ ਨਹੀਂ ਸੀ, ਉਹ ਤਾਂ 100 ਕਿਲੋ ਦਾ 1 ਕੁਇੰਟਲ ਹੁੰਦਾ, ਉਹਦੇ 40 ਸੇਰ ਦਾ ਮਣ ਹੁੰਦਾ ਸੀ। 3.5 ਮਣ, 40 ਅਤੇ 40 80 ਅਤੇ 40 120 ਅਤੇ ਅੱਧਾ 140, 140 ਸੇਰ ਦਾ ਸਰੀਰ। ਇਹਦਾ ਮਤਲਬ ਵਾਹਵਾ ਜਵਾਨ ਉਦੋਂ ਬੰਦੇ ਹੁੰਦੇ ਹੋਣਗੇ ਨਾ, ਕਿਉਂਕਿ ਫਰੀਦ ਸਾਹਿਬ ਜਿਹੜਾ ਹੈ ਅੱਜ ਤੋਂ ਕਈ 100 ਸਾਲ ਪਹਿਲਾਂ ਹੋਏ, 1271 ਹਾਂ ਕੋਈ 8 ਸਾਲ 750 ਸਾਲ ਪਹਿਲਾਂ ਹੋਏ। ਅਤੇ ਜਿਵੇਂ ਆਪਾਂ ਕਹਿੰਦੇ ਵੀ ਸਰੀਰ ਜਿਹੜਾ ਹੈ 3.5 ਹੱਥ ਲੰਮਾ ਹੈ, ਘਣੀ ਤਾਂ 3.25, ਉਹ ਅੰਦਾਜ਼ਾ ਜਿਹਾ ਦਿੱਤਾ ਹੁੰਦਾ ਹੈ। 3.5 ਮਣ ਦੇਹਰੀ, ਇਹ 3.5 ਮਣ ਭਾਰਾ ਸਰੀਰ ਚੱਲੇ ਪਾਣੀ ਅੰਨ, ਅੰਨ ਅਤੇ ਪਾਣੀ ਨਾਲ ਚੱਲਦਾ ਹੈ। ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬਨ, ਅਸੂਣੀ ਦੇ ਆਸਾਂ, ਇਹ ਤਾਂ ਬੇਅੰਤ ਆਸਾਂ ਲੈ ਕੇ ਸੰਸਾਰ 'ਚ ਆਏ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ। ਪਰ ਕਹਿੰਦੇ ਮਲ ਕਲ ਮੌਤ ਜਾਂ ਆਪ ਸੀ ਸਭ ਦਰਵਾਜ਼ੇ ਪਨ। ਮਲ ਕਲ ਹੁੰਦਾ ਫਰਿਸ਼ਤਾ, ਮੌਤ ਦਾ ਫਰਿਸ਼ਤਾ ਭਾਵ ਯਮਰਾਜ। ਆਪਾਂ ਦੇਵਤਾ ਕਹਿੰਦੇ ਹਾਂ, ਇਹ ਫਰਿਸ਼ਤਾ ਕਹਿੰਦੇ ਮੁਸਲਮਾਨ। ਮੌਤ ਦਾ ਦੇਵਤਾ ਜਿਹਨੂੰ ਆਪਾਂ ਯਮਰਾਜ ਕਹਿੰਦੇ। ਮਲ ਕਲ ਮੌਤ ਜਾਂ ਆਪ ਸੀ ਸਭ ਦਰਵਾਜ਼ੇ ਪਨ। ਇਹ ਭਾਵੇਂ ਤੁਸੀਂ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਓ,
ਅੰਦਰ ਕੁੰਡੀ ਲਾ ਲਓ ਵੀ ਜਮਦੂਤ ਨਾ ਵੜੇ, ਉਹਨੇ ਵਾਲਾ ਹੋਣਾ। ਭੂਤ ਪ੍ਰੇਤ ਜਿਹੜੇ ਹੁੰਦੇ ਨੇ ਜਾਂ ਜਿਹੜੀਆਂ ਰੂਹਾਂ ਹੁੰਦੀਆਂ ਨੇ, ਇਹ ਕੰਧਾਂ ਇਹਨਾਂ 'ਤੇ ਕੋਈ ਅਸਰ ਨਹੀਂ ਕਰਦੀਆਂ। ਇਹ ਕੰਧਾਂ ਦੇ ਵਿੱਚ ਵੀ ਆ ਸਕਦੇ ਨੇ। ਜਿਹੜੀਆਂ ਰੂਹਾਂ ਹੁੰਦੀਆਂ ਉਹਨਾਂ ਲਈ ਕੋਈ ਚੀਜ਼ ਦੀ ਰੁਕਾਵਟ ਨਹੀਂ ਹੁੰਦੀ ਹੈ। ਅਮਰੀਕਾ 'ਚ ਤਜਰਬਾ ਕੀਤਾ ਗਿਆ, ਇੱਕ ਸ਼ੀਸ਼ੇ ਦਾ ਘਰ ਬਣਾ ਲਿਆ ਗਿਆ ਤਾਂ ਜੋ ਪਤਾ ਲੱਗਦਾ ਰਹੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਬੰਦੇ ਦੇ ਵਿੱਚੋਂ ਕੁਝ ਨਿਕਲਦਾ ਹੈ। ਹਿੰਦੂ ਧਰਮ, ਸਿੱਖ ਧਰਮ ਤੇ ਕਹਿੰਦੇ ਨੇ ਬੰਦੇ ਦੇ ਵਿੱਚੋਂ ਜਾਨ ਨਿਕਲਦੀ ਹੈ। ਆਪਣੇ ਤਾਂ ਮੰਨਦੇ ਨੇ ਦੁਬਾਰਾ ਜਨਮ ਵੀ ਹੁੰਦਾ ਹੈ ਬੰਦੇ ਦਾ, ਮਨੁੱਖ ਦਾ ਦੁਬਾਰਾ ਜਨਮ ਵੀ ਹੁੰਦਾ, ਪਰ ਈਸਾਈ ਲੋਕ ਅਤੇ ਮੁਸਲਮਾਨ ਖਾਸ ਕਰਕੇ ਇਹ ਦੁਬਾਰਾ ਜਨਮ ਨੂੰ ਨਹੀਂ ਮੰਨਦੇ। ਇਸ ਲਈ ਜਿੰਨੇ ਭੂਤ ਪ੍ਰੇਤ ਮੁਸਲਮਾਨਾਂ 'ਚ ਨੇ, ਹੋਰ ਕਿਸੇ ਕੌਮ 'ਚ ਨਹੀਂ ਹੈਗੇ। ਇਹ ਦੁਬਾਰਾ ਜਨਮ ਮੰਨਦੇ ਹੀ ਨਹੀਂ ਹੈ। ਉਹ ਭੂਤ ਪ੍ਰੇਤ ਜਿਹੜਾ ਕੋਈ ਹੈ ਉਹਦੇ ਲਈ ਪਾਠ ਫਿਰ ਕੋਈ ਨਹੀਂ ਕਰਾਉਂਦਾ। ਆਪਣੇ ਵਾਲੇ ਤਾਂ ਜਿਹੜਾ ਹੈ, ਆਪਾਂ ਸਿੱਖ ਹਾਂ, ਆਪਾਂ ਮਗਰੋਂ ਪਾਠ ਕਰਾਉਂਦੇ ਰਹਿੰਦੇ। ਹਿੰਦੂ ਵੀਰ ਜਿਹੜੇ ਨੇ ਇਹ ਗਤੀ ਕਰਾਉਂਦੇ ਰਹਿੰਦੇ ਨੇ ਜਾ ਕੇ, ਵੀ ਗਤੀ ਹੋ ਜਾਏ ਤਾਂ ਜੋ ਭੂਤ ਪ੍ਰੇਤ ਨਾ ਬਣੇ, ਉਹਨੂੰ ਅਗਲਾ ਜੀਵਨ ਮਿਲ ਜਾਏ। ਉਹ ਇਸ ਤਰ੍ਹਾਂ ਨਹੀਂ ਕਰਦੇ, ਉਹਨਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ, ਕਦੇ ਕਿਸੇ ਨੂੰ ਚੰਬੜ ਅਤੇ ਕਦੇ ਕਿਸੇ ਨੂੰ ਚੰਬੜ। ਤਾਂ ਦੱਸ ਰਹੇ ਨੇ ਕਿ ਜਦੋਂ ਮੌਤ ਦਾ ਦੇਵਤਾ ਹੋਣਾ ਨਾ, ਇਹ ਸਾਰੇ ਦਰਵਾਜ਼ੇ ਭੰਨ ਕੇ ਆ ਜਾਣਾ। ਇਹ ਨਹੀਂ ਕਿ ਤੁਸੀਂ ਅੰਦਰ ਡੱਕੇ ਹੋ ਅਤੇ ਹਾਂ ਤੁਹਾਨੂੰ ਕੁਛ ਨਹੀਂ ਹੋਣਾ। ਉਹਨਾਂ ਨੇ, ਜੇ ਡਾਕਟਰਾਂ ਨੇ ਕਹਿਤਾ ਵੀ ਇਹ ਬੰਦਾ ਜਿਹੜਾ ਕੁਝ ਘੰਟੇ ਜੰਮੇਗਾ, ਬਸ ਵੀ ਇਹ ਮਰ ਜਾਣਾ, ਡਾਕਟਰ ਰਿਪੋਰਟ ਦਿੱਤੀ ਜਿਉਂਦਾ ਨਹੀਂ ਰਹਿ ਸਕਦਾ, ਉਹਨੂੰ ਉਸ ਕਮਰੇ 'ਚ ਬੰਦ ਕਰਤਾ। ਅਮਰੀਕਾ 'ਚ ਸ਼ੀਸ਼ੇ ਦਾ ਕਮਰਾ ਬਣ ਕੇ ਏਅਰ ਪ੍ਰੂਫ ਕਮਰਾ ਬਣਾਇਆ ਹੈ ਵੀ ਜਿਸ ਦੇ ਵਿੱਚ ਹਵਾ ਵੀ ਪ੍ਰਵੇਸ਼ ਨਾ ਕਰੇ, ਅਤੇ ਆਲੇ ਦੁਆਲੇ ਬਹਿ ਕੇ ਵੀ ਦੇਖਦੇ ਹਾਂ ਵੀ ਜਦੋਂ ਇਹ 'ਚੋਂ ਜਾਨ ਨਿਕਲੇਗੀ ਵੀ ਕੀ ਹੁੰਦਾ। ਜਦੋਂ ਉਹਦੇ 'ਚ ਜਾਨ ਨਿਕਲੀ ਨਾ, ਸ਼ੀਸ਼ਾ ਇੱਕਦਮ ਕਰੈਕ ਹੋ ਗਿਆ। ਉਹ ਕਹਿੰਦੇ ਵੀ ਹਾਂ ਆਹ ਸ਼ੀਸ਼ੇ ਦੇ ਵਿੱਚੋਂ ਨਿਕਲ ਗਈ, ਵੀ ਵਾਕਈ ਵਿੱਚੋਂ ਕੁਛ ਨਿਕਲਦਾ, ਵਿੱਚੋਂ ਕੋਈ ਨਿਕਲਦਾ। ਆਖਰਕਾਰ ਜਿਹੜਾ ਜਿੰਦ ਕੱਢਣ ਵਾਲਾ ਸੀ ਉਹ ਸ਼ੀਸ਼ੇ ਦੇ ਵਿੱਚੋਂ ਐਂਟਰ ਕੀਤਾ। ਸ਼ੀਸ਼ਾ ਐਂਟਰ ਕੀਤਾ, ਸ਼ੀਸ਼ਾ ਲਾ ਰੱਖਿਆ ਵੀ ਦੇਖਦੇ ਹਾਂ। ਕਹਿੰਦੀ ਜੰਮ ਆਉਂਦੇ ਨੇ, ਫਲਾਣੇ ਹੁੰਦੇ ਨੇ ਲੈਣ, ਉਹਨਾਂ ਦੇਖਿਆ ਵੀ ਸ਼ੀਸ਼ਾ ਕਰੈਕ ਹੋ ਗਿਆ ਹੈ, ਵੀ ਵਾਕਈ ਇਹਦੇ ਵਿੱਚੋਂ ਕੋਈ ਨਿਕਲ ਕੇ ਬਾਹਰ ਗਿਆ ਹੈ। ਸੋ ਤਾਂ ਸਮਝਾਇਆ ਵੀ ਜਿੰਨੇ ਮਰਜ਼ੀ ਜੰਦਰੇ ਮਾਰ ਲਓ ਤੁਸੀਂ ਅੰਦਰੋਂ, ਵੀ ਹਾਂ ਜਮ ਅੰਦਰ ਨਾ ਵੜੇ, ਉਹਨੇ ਆਈ ਜਾਣਾ। ਮਲ ਕਲ ਮੌਤ ਜਾਂ ਆਪ ਸਹੀ ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ਿਆਂ ਨੂੰ ਤੋੜ ਕੇ ਵੀ ਮੌਤ ਦੇ ਫਰਿਸ਼ਤੇ ਨੇ, ਮੌਤ ਦੇ ਦੇਵਤੇ ਨੇ ਅੰਦਰ ਆ ਜਾਣਾ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ, ਅਤੇ ਜਿਨ੍ਹਾਂ ਜਿਹੜੇ ਪਿਆਰੇ ਭਰਾ ਸਨ ਉਹਨਾਂ ਨੇ ਵੀ ਭਾਈ ਉਹਨੂੰ ਅਰਥੀ 'ਤੇ ਲੱਦ ਕੇ ਲੈ ਤੁਰੇ ਨੇ। ਉਹ ਵੀ ਲੈ ਤੁਰੇ ਨੇ, ਕਾਢੋ ਹੋਈ। ਫਿਰ ਬਹੁਤੀ ਦੇਰ ਨਹੀਂ ਰੱਖਦੇ, ਕਿਉਂਕਿ ਮੜੀਆਂ ਵਾਲੇ ਰਾਤ ਨੂੰ ਨਹੀਂ ਫੂਕਦੇ ਨਾ। ਉਹ ਕਹਿੰਦੇ ਦਿਨ ਛਿਪਣ ਤੋਂ ਪਹਿਲਾਂ ਮੁਰਦਾ ਹੋਣਾ ਚਾਹੀਦਾ, ਰਾਤ ਨੂੰ ਨਹੀਂ ਫੂਕਣ। ਕਾਨੂੰਨ ਹੀ ਨਹੀਂ ਹੈ ਰਾਤ ਨੂੰ ਮੁਰਦਾ ਫੂਕਣ ਦਾ। ਜੇ ਕੋਈ ਰਾਤ ਨੂੰ ਮੁਰਦਾ ਫੂਕਦਾ ਅਤੇ ਕੋਈ ਸ਼ਿਕਾਇਤ ਕਰਦੇ ਪੁਲਿਸ ਨੂੰ, ਪੁਲਿਸ ਵਾਲੇ ਉਸੇ ਵੇਲੇ ਆ ਕੇ ਉਹ ਰੋਕ ਦਿੰਦੇ ਨੇ ਵੀ ਜਦ ਤੱਕ ਹੋ ਸਕਦਾ ਤੁਸੀਂ ਆਪ ਹੀ ਮਾਰ ਕੇ ਸਾੜ ਰਹੇ ਹੋ ਰਤੇ ਰਾਤ। ਇਸੇ ਰਾਤ ਨਹੀਂ ਫਿਰਨੀ। ਇਸ ਲਈ ਮੜੀਆਂ ਵਾਲੇ ਵੀ ਕਹਿੰਦੇ ਵੀ ਦਿਨ ਖੜੇ ਲੈ ਆਓ ਜੀ। ਹਾਂਜੀ, ਅਤੇ ਫਿਰ ਜੇ ਤਾਂ ਕਹਿੰਦੇ ਕੱਢੋ ਛੇਤੀ ਕਰੋ, 4 ਵੱਜ ਗਏ ਨੇ ਜੀ। ਹਾਂਜੀ, ਤਿਆਰੀ ਕਰੋ, ਨਹਾਓ ਧੋਆਓ, ਲੈ ਕੇ ਵੀ ਜਾਣਾ, ਟਾਈਮ ਵੀ ਲੱਗਣਾ, ਫੂਕਣਾ ਵੀ ਉੱਥੇ ਦਿਨ ਖੜੇ ਫੂਕਦੀ। ਸੋ ਉਹੀ ਜਿਹੜੇ ਪਿਆਰੇ ਭਰਾ ਸਨ, ਜਿਹੜੇ ਇੰਨਾ ਪਿਆਰ ਕਰਦੇ ਸਨ, ਉਹੀ ਇਸ ਨੂੰ ਬੰਨ੍ਹ ਕੇ ਭਾਵ ਅਰਥੀ 'ਤੇ ਪਾ ਕੇ ਲੈ ਤੁਰੇ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ ਦਾ ਮੋਢਾ। ਦੇਖੋ ਬੰਦਾ 4 ਬੰਦਿਆਂ ਦੇ ਮੋਢੇ 'ਤੇ ਬੈਠ ਕੇ ਚੱਲਿਆ। 4 ਹੀ ਚੱਕਦੇ ਨਾ ਅਰਥੀ ਨੂੰ, 2 ਅੱਗੇ ਲੱਗੇ ਹੁੰਦੇ, 2 ਪਿੱਛੇ ਲੱਗੇ ਹੁੰਦੇ ਨੇ। ਕੰਨ ਮੈਨੇ ਮੋਢਾ, 4 ਜਣਿਆਂ ਦੇ, 4 ਬੰਦਿਆਂ ਦੇ ਮੋਢੇ 'ਤੇ ਹੁਣ ਕਹਿੰਦਾ ਜਾ ਰਿਹਾ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਾਹ ਆਏ ਕੰਮ। ਇਸ ਲਈ ਜਿਹੜੇ ਇਹਨੇ ਕਰਮ ਇਸ ਸੰਸਾਰ 'ਚ ਰਹਿ ਕੇ ਕੀਤੇ ਸਨ, ਉਹੀ ਦਰਗਾਹ 'ਚ ਇਹਦੇ ਕੰਮ ਆਉਣੇ ਨੇ। ਚੰਗੇ ਕੀਤੇ ਮੰਦੇ ਕੀਤੇ, ਉਹੀ ਕਰਮ ਇਹਨੇ ਦਰਗਾਹ ਜਾ ਕੇ ਫਿਰ ਭੋਗਣੇ ਹੁੰਦੇ ਹਨ। ਇਸ ਲਈ
ਸਾਹਿਬ ਚਾਹੇ ਕਬੀਰ ਸਾਹਿਬ ਦੀ ਬਾਣੀ ਸੀ, ਚਾਹੇ ਬਾਬਾ ਫਰੀਦ ਜੀ ਦੀ ਬਾਣੀ ਹੈ, ਇਹਨਾਂ ਨੇ ਮੌਤ ਨੂੰ ਸਾਹਮਣੇ ਰੱਖਿਆ ਵੀ ਬੰਦੇ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਡਰ ਪੈਦਾ ਹੋ ਜਾਏ, ਇਹ ਡਰ ਕੇ ਭਜਨ ਬੰਦਗੀ ਕਰਨ ਲੱਗ ਜਾਏ। ਇੱਕ ਵਾਰੀ ਇਸ ਪਾਸੇ ਲੱਗ ਜਾਏਗਾ, ਫਿਰ ਇਹਨੂੰ ਭਜਨ ਬੰਦਗੀ ਦਾ ਲਾਭ ਹੋਣਾ ਲੱਗ ਜਾਏਗਾ। ਜਦੋਂ ਇਹਨੂੰ ਫਾਇਦਾ ਹੋਣ ਲੱਗ ਜਾਏਗਾ, ਫਿਰ ਇਹ ਲੱਗਾ ਰਹੇਗਾ, ਫਿਰ ਲੱਗਾ ਰਹੇਗਾ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਾਰੇ ਸੰਗ ਜਿਹੜੇ ਵੀ ਆਪਣੇ ਘਰਾਂ 'ਚ ਬੈਠੇ ਸੁਣ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਜੀ ਵੀ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਮਨਾ ਰਹੇ ਹਾਂ 27 ਤਰੀਕ ਤੋਂ ਲੈ ਕੇ 29 ਤਰੀਕ ਤੱਕ। ਕੱਲ੍ਹ ਨੂੰ 8 ਅਖੰਡ ਪਾਠ ਤੇ ਸ਼ੁਰੂ ਹੋਣੇ ਹਨ। ਟਾਈਮ ਉਹੀ ਹੈ ਜੋ ਪਹਿਲਾਂ ਹੋਇਆ ਕਰਦਾ ਸੀ। ਕੋਈ 7:40 ਕਿਤੇ ਅਨੰਦ ਦਾ ਪਾਠ ਸ਼ੁਰੂ ਹੋ ਜਾਣਾ ਹੈ, ਅਰਦਾਸ ਹੋ ਕੇ 8 ਵਜੇ ਅਖੰਡ ਪਾਠ ਸ਼ੁਰੂ ਹੋ ਜਾਣੇ ਨੇ। ਜਿਨ੍ਹਾਂ ਦੀਆਂ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ, ਉਹੀ ਟਾਈਮ ਹੈ, ਉਹੀ ਦਿਨ ਹੈ। ਜਿਹਦੀ ਡਿਊਟੀ ਸ਼ੁੱਕਰਵਾਰ ਨੂੰ ਸੀ, ਹੁਣ ਵੀ ਸ਼ੁੱਕਰਵਾਰ ਨੂੰ ਹੈ। ਜਿਹਦੀ ਸ਼ਨੀਵਾਰ ਨੂੰ ਹੈ, ਸ਼ਨੀਵਾਰ ਨੂੰ। ਜਿਹੜਾ ਟਾਈਮ ਸੀ ਉਸੇ ਟਾਈਮ 'ਤੇ ਹੈ। ਸੋ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹੋ, ਉਹ ਆਪਣਾ ਸਾਵਧਾਨ ਰਹਿਣਾ ਕੱਲ੍ਹ ਤੋਂ। ਅਤੇ ਹੋ ਸਕਦਾ ਸਾਰੇ ਕਥਾ ਵਾਰਤਾ ਨਾ ਵੀ ਸੁਣ ਰਹੇ ਹੋਣ, ਤਾਂ ਜਿਨ੍ਹਾਂ ਨੇ ਸੁਣ ਰਹੀ ਅਨਾਊਂਸਮੈਂਟ, ਉਹਨਾਂ ਦੇ ਜਿਹੜੇ ਸਹੇਲੀਆਂ ਜਾਂ ਦੋਸਤ ਮਿੱਤਰ ਜਾਣਕਾਰ ਜੋ ਪਤਾ ਵੀ ਆਏ ਪਾਠੀ ਨੇ, ਉਹਨਾਂ ਨੂੰ ਟੈਲੀਫੋਨ ਕਰ ਦੇਣਾ ਕਿ ਕੱਲ੍ਹ ਤੋਂ ਭਾਈ ਅਖੰਡ ਪਾਠ ਸ਼ੁਰੂ ਨੇ। ਇਸ ਲਈ ਆਪਾਂ ਫਿਰ 29 ਤਰੀਕ ਨੂੰ ਭੋਗ ਪਾਵਾਂਗੇ ਐਤਵਾਰ ਨੂੰ। ਉਹੀ 7:30 ਵਜੇ ਭੋਗ ਪੈਣਾ ਸ਼ੁਰੂ ਹੋ ਜਾਣਾ, ਸਵੇਰੇ 8 ਵਜੇ ਸਮਾਪਤੀ ਹੋ ਜਾਣੀ ਹੈ। ਫਿਰ ਜਿਹੜੀ ਸੰਗਤ ਆਈ ਹੋਵੇਗੀ ਉਹਨੂੰ ਇੱਥੇ ਹੀ ਚਾਹ ਪਾਣੀ ਦੇ ਲੰਗਰ ਛਕਾ ਕੇ ਵਾਪਸ ਕਰ ਦੇਣਾ। ਅਜੇ ਵੱਡਾ ਗੁਰਦੁਆਰਾ ਸਾਹਿਬ ਅਜੇ ਨਹੀਂ ਖੋਲ੍ਹਣਾ, ਕਿਉਂਕਿ 1 ਤਰੀਕ ਤੋਂ ਫਿਰ ਰਾਤ ਦਾ ਕਰਫਿਊ ਲੱਗ ਜਾਣਾ ਹੈ। ਅਗਲੇ ਅਖੰਡ ਪਾਠ ਕਦੋਂ ਹੋਣਗੇ ਇਹ ਅਜੇ ਨਹੀਂ ਕਿਹਾ ਜਾ ਸਕਦਾ ਕੁਛ, ਕਿਉਂ? ਜਿੰਨਾ ਚਿਰ ਰਾਤ ਦਾ ਕਰਫਿਊ ਨਾ ਖੁੱਲ੍ਹਿਆ ਫਿਰ ਪਾਠੀਆਂ ਨੂੰ ਆਉਣਾ ਔਖਾ ਹੋਏਗਾ। ਇਸ ਲਈ ਕੱਲ੍ਹ ਅਤੇ ਪਰਸੋਂ ਤਾਂ ਖੁੱਲ੍ਹਾ ਹੀ ਖੁੱਲ੍ਹਾ। ਇਸ ਲਈ ਤੁਸੀਂ ਜਿਹੜਾ ਹੈ ਇਹ ਅਖੰਡ ਪਾਠ ਆਪਾਂ ਕਰਾਂਗੇ। ਅਗਲੇ ਦੀ ਅੱਗੇ ਫਿਰ ਅਨਾਊਂਸਮੈਂਟ ਬਾਅਦ ਕਰ ਦਿਆਂਗੇ। ਸਮਾਂ ਹੋ ਗਿਆ, ਤਿਆਰੀ ਕਰਨੀ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।